ਉਹ ਹਵਾ ਦੇ ਵਿੱਚ ਮਿਕਸ ਹੋ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਜਾਮ ਫੇਫੜੇ ਜਿਹੜੇ ਆ ਉਹ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ, ਫੇਫੜੇ ਜਿਹੜੇ ਆ ਥੋੜ੍ਹੇ ਗਰਮ ਹੋ ਜਾਂਦੇ ਹੈਗੇ। ਸੋ ਇਸ ਢੰਗ ਨਾਲ ਜਾਣੀ ਭਸਤ੍ਰਿਕਾ ਪ੍ਰਾਣਾਯਾਮ ਜਿਹੜਾ ਵਾ, ਹੁਣ ਕਈ ਲੋਕ ਕਹਿਣਗੇ ਇਹ ਕਿਹੜੀ ਚੀਜ਼, ਭਸਤ੍ਰਿਕਾ ਕੀ ਹੋਇਆ? ਭਸਤ੍ਰਿਕਾ ਇਹ ਕਿਹੜੀ ਭਾਸ਼ਾ ਦਾ ਸ਼ਬਦ ਆ ਜੀ? ਐਕਚੁਅਲੀ ਭਸਤ੍ਰਿਕਾ ਲੋਹਾਰ ਦੀ ਧੌਂਕਣੀ ਨੂੰ ਕਹਿੰਦੇ ਆ। ਜੀ। ਪੁਰਾਣੇ ਜ਼ਮਾਨਿਆਂ 'ਚ ਲੋਹਾਰ ਆਪਣੀ ਭੱਠੀ ਨੂੰ ਮਗਾਉਂਦਾ ਸੀਗਾ ਜੀ। ਔਰ ਉਹ ਅੱਜ ਕੱਲ੍ਹ ਤਾਂ ਮੋਟਰ ਦਾ ਸਵਿਚ ਦਬਾਇਆ ਤੇ ਪੱਖਾ ਚੱਲ ਪਿਆ ਤੇ ਅੱਗ ਭੜਕ ਗਈ। ਜੀ ਜੀ। ਲੇਕਿਨ ਪੁਰਾਣੇ ਸਮੇਂ ਵਿੱਚ ਲੋਹਾਰ ਭੱਠੀ ਤਪਾਉਂਦਾ ਸੀਗਾ ਔਰ ਉਹਦਾ ਇੱਕ ਇੱਦਾਂ ਚਮੜੇ ਦਾ ਥੈਲਾ ਹੁੰਦਾ ਸੀਗਾ। ਜੀ। ਚਮੜੇ ਦਾ ਥੈਲਾ ਦਾ ਮੂੰਹ ਛੋਟਾ ਜਿਹਾ ਹੁੰਦਾ ਸੀ, ਉਹ ਭੱਠੀ ਦੇ ਥੱਲੇ ਉਹਦੇ ਵਿੱਚ ਇੱਕ ਪਾਸੇ ਉਹਨੇ ਭੱਠੀ ਦੇ ਮੂੰਹ 'ਚ ਦੇ ਦੇਣਾ। ਜੀ। ਹੁਣ ਉਹ ਜਿਹੜਾ ਚਮੜੇ ਦਾ ਥੈਲਾ ਸੀ ਉਹਨੂੰ ਇੱਕ ਛੋਟਾ ਜਿਹਾ ਹੈਂਡਲ ਲੱਗਾ ਹੁੰਦਾ ਸੀ, ਉਸ ਹੈਂਡਲ ਨੂੰ ਪਕੜ ਕੇ ਜਦੋਂ ਉਹ ਉੱਪਰ ਵੱਲ ਨੂੰ ਕਰਦਾ ਸੀ ਉਹ ਹਵਾ ਨਾਲ ਭਰ ਜਾਂਦਾ ਸੀ। ਜਦੋਂ ਜ਼ੋਰ ਨਾਲ ਥੱਲੇ ਨੂੰ ਦਬਾਉਂਦਾ ਸੀ ਉਹ ਥੈਲੇ ਵਿਚਲੀ ਸਾਰੀ ਹਵਾ ਭੱਠੀ ਵਿੱਚ ਜਾਂਦੀ ਸੀ। ਜੀ। ਔਰ ਇਸ ਢੰਗ ਨਾਲ ਬਾਰ-ਬਾਰ ਉਸ ਹੈਂਡਲ ਨੂੰ ਪਕੜ ਕੇ ਉੱਪਰ ਨੀਚੇ ਉੱਪਰ ਨੀਚੇ ਉੱਪਰ ਨੀਚੇ ਕਰਦਾ ਸੀ। ਉਹ ਥੈਲਾ ਫੁੱਲਦਾ ਔਰ ਪਿਚਕਦਾ ਸੀ। ਜੀ। ਔਰ ਉਸ ਦੀ ਹਵਾ ਜਿਹੜੀ ਆ ਉਹ ਬਾਰ-ਬਾਰ ਭੱਠੀ 'ਚ ਜਾਂਦੀ ਸੀ। ਜੀ। ਉਹ ਭੱਠੀ ਨੂੰ ਭੜਕਾਉਂਦੀ ਸੀ। ਇਹੀ ਭਸਤ੍ਰਿਕਾ ਸਾਡੇ ਰਿਸ਼ੀਆਂ ਮੁਨੀਆਂ ਨੇ ਲਿੱਤਾ ਕਿ ਇਹੀ ਸਿਸਟਮ ਜਿਹੜਾ ਵਾ ਸਾਡੇ ਸਰੀਰ ਦੀ ਭੱਠੀ ਨੂੰ ਤਪਾਉਣ ਲਈ ਜਿਹੜਾ ਵਾ ਉਹ ਕੀਤਾ ਜਾ ਸਕਦਾ ਹੈਗਾ। ਸੋ ਮਤਲਬ ਕਹਿਣ ਦਾ ਕਿ ਸਾਂਸ ਨੂੰ ਅਸੀਂ ਭਰਿਆ ਔਰ ਸੁੱਟਿਆ, ਭਰਿਆ ਔਰ ਸੁੱਟਿਆ, ਭਰਿਆ ਔਰ ਸੁੱਟਿਆ ਠਾ ਕਰਕੇ। ਔਰ ਇਸ ਢੰਗ ਨਾਲ ਕੀ ਹੋਇਆ ਕਿ ਸਾਡੀ ਨੱਕ ਦੀਆਂ ਦੋਵੇਂ ਸਾਈਡਾਂ, ਦੋਵੇਂ ਨੋਸਟਰਲਸ ਜਿਹੜੀਆਂ ਵਾ ਉਹ ਸਾਫ਼ ਵੀ ਹੋ ਗਈਆਂ, ਸ਼ੁੱਧ ਹੋ ਗਈਆਂ, ਗਰਮ ਹੋ ਗਈਆਂ, ਸਾਹ ਨਾਲੀ ਸਾਫ਼ ਹੋ ਗਈ, ਫੇਫੜੇ ਗਰਮ ਹੋ ਗਏ, ਫੇਫੜਿਆਂ ਵਿਚਲਾ ਪ੍ਰਦੂਸ਼ਣ ਜਿਹੜਾ ਵਾ ਉਹ ਹਵਾ 'ਚ ਮਿਕਸ ਹੋ ਕੇ ਉਹ ਬਾਹਰ ਆਉਣਾ ਸ਼ੁਰੂ ਹੋ ਗਿਆ। ਤਾਂ ਇਹਦੇ ਨਾਲ ਕੀ ਹੋਊਗਾ, ਕਿਸੇ ਨੂੰ ਰੇਸ਼ਾ ਜ਼ੁਕਾਮ ਦੀ ਪ੍ਰੋਬਲਮ ਨਹੀਂ ਰਹੂਗੀ, सांस की प्रॉब्लम नहीं रहूगी, छिक्कां की प्रॉब्लम नहीं रहूगी और मतलब कहता उन्होंने सांस सुखाले लेने सुखाले हो जाएंगे। तो सवेर का समा जोड़ा है काफ़ी शुद्ध हुंदा है। जे सवेर नूं भी नहीं समा तो मतलब दिन के किसी समय भी सांस दी क्रियावां बंदा कर सकता जदों भी वेल होवे, पर बस सिर्फ इन्ना क ख्याल रखने की लोड़ हुंदी आ कि खाना खाधे नूं 2-4 घंटे हो गए होण, फिर असीं ये क्रियावां करांगे। खाना खाण तो पहला, हाँ खाना खाण तो पहला तो असीं सवेर नूं कर ही सकदे हां। सवेर दा समा इस लई उत्तम मनदे आ कि उस वेले सारी डस्ट बैठ जाती है, धुआं बैठ जाता है, गर्द गुबार बैठा हुंदा है, तां हवा मुकाबलतन सब तो ज़्यादा शुद्ध सवेर दे समय हुंदी है। जी जी ਉਹਦੇ ਵਿੱਚ ਜਦੋਂ ਅਸੀਂ ਇਹ ਸਾਂਸ ਦੀਆਂ ਕਿਰਿਆਵਾਂ ਕਰਾਂਗੇ ਤਾਂ ਉਹਦਾ ਬੜਾ ਫਾਇਦਾ ਹੋਊਗਾ। ਹੁਣ ਇਹੀ ਭਸਤ੍ਰਿਕਾ ਪ੍ਰਾਣਾਯਾਮ ਦੇ ਵਿੱਚ ਅਸੀਂ ਇੱਕ ਪਾਸੇ ਨਾਲ ਕਰ ਲਿਆ, ਦੂਸਰੇ ਨਾਲ ਵੀ ਕਰ ਰਿਹਾ। ਹੁਣ ਅਸੀਂ ਦੋਹਾਂ ਨਾਸਾਂ ਨਾਲ ਵੀ ਕਰਨਾ ਹੋਵੇ ਤਾਂ ਕਿੱਦਾਂ ਕਰਾਂਗੇ? ਸਪੋਜ਼ ਇੱਕ ਨਾਸ ਨਾਲ ਸਾਂਸ ਭਰਿਆ ਸੁੱਟਿਆ, ਫਿਰ ਦੂਸਰੀ ਨਾਸ ਨਾਲ ਭਰਿਆ ਸੁੱਟਿਆ। ਹੁਣ ਅਸੀਂ ਦੋਨਾਂ ਨਾਸਾਂ ਨਾਲ ਵੀ ਇਹ ਕਿਰਿਆ ਕਰ ਸਕਦੇ ਹਾਂ ਤਾਂ ਕਿ ਸਾਡੀਆਂ ਦੋਹੇ ਨਾਸਾਂ ਸਮਾਨ ਰੂਪ 'ਚ ਚੱਲਣ ਲੱਗ ਪੈਣ। ਉਹ ਕਿਵੇਂ? ਤਾਂ ਆ ਜਿੱਦਾਂ ਸਪੋਜ਼ ਸੱਜਾ ਹੱਥ ਵਾ, ਪਹਿਲਾਂ ਮੈਂ ਮੁੱਠੀ ਬੰਦ ਕਰ ਲਈ ਜੀ, और मुट्ठी बंद करने तो बाद आखिरी 2 ਉਂਗਲਾਂ ਨੂੰ ਚੱਕ ਦਿੱਤਾ ਤੇ ਅੰਗੂਠਾ ਵੀ ਅਲੱਗ ਕਰ ਲਿਆ ਜੀ। ਇਸ ਤਰ੍ਹਾਂ ਅੰਗੂਠੇ ਤੋਂ ਅਗਲੀਆਂ 2 ਉਂਗਲਾਂ ਮੁੜੀਆਂ ਰਹਿ ਗਈਆਂ ਜੀ। ਹੁਣ ਇਸ ਹੱਥ ਨੂੰ ਨੱਕ ਦੇ ਲਾਗੇ ਲੈ ਆਂਦਾ ਜੀ, ਠੀਕ ਆ। ਔਰ ਨੱਕ ਦੇ ਲਾਗੇ ਲਿਜਾ ਕੇ ਜਦੋਂ ਮੈਂ ਅੰਗੂਠਾ ਨੱਕ ਦੇ ਇੱਕ ਪਾਸੇ ਲਗਾਇਆ ਤਾਂ ਨੱਕ ਦਾ ਸੱਜਾ ਪਾਸਾ ਬੰਦ ਹੋ ਗਿਆ ਜੀ, ਤੇ ਖੱਬੇ ਹੱਥ ਨੂੰ ਉੱਪਰ ਵੱਲ ਨੂੰ ਕਰ ਲਿੱਤਾ, ਖੱਬੀ ਨਾਸ ਖੁੱਲੀ। ਹੁਣ ਚੌਥੀ ਉਂਗਲੀ ਖੱਬੇ ਪਾਸੇ ਲਗਾਈ ਤੇ ਅੰਗੂਠਾ ਚੱਕ ਦਿੱਤਾ। ਅੱਛਾ मतलब ਅੰਗੂਠੇ ਦੇ ਨਾਲ ਨੱਪਣਾ ਆ ਤੇ ਦੂਜੇ ਸਾਹ ਲੈਣਾ, ਫਿਰ ਜਦੋਂ ਕੱਢਣਾ ਕਈ ਲੋਕ ਕੀ ਕਰਦੇ ਆ ਉਹ ਪਹਿਲਾਂ ਇਧਰੋਂ ਸਾਹ ਛੱਡ ਲੈਂਦੇ ਆ, ਫਿਰ ਉਹੀ ਉਂਗਲੀ ਉਧਰ ਲਾਉਣ ਦੀ ਕੋਸ਼ਿਸ਼ ਕਰਦੇ ਆ, ਉਹਦਾ ਫਾਇਦਾ ਨਹੀਂ ਹੁੰਦਾ। ਸਹੀ ਢੰਗ ਨਾਲ ਸਿੱਖਣ ਦੀ ਲੋੜ ਵਾ, ਸਹੀ ਢੰਗ ਨਾਲ ਕਰਨ ਦੀ ਲੋੜ ਵਾ। ਇਸੇ ਕਰਕੇ ਅਸੀਂ ਆ ਅੰਗੂਠਾ ਤੇ ਚੌਥੀ ਉਂਗਲੀ ਦਾ ਪ੍ਰਯੋਗ ਕਰਨਾ ਹੈਗਾ। ਔਰ ਜਿੱਦਾਂ ਡਮਰੂ ਘੁਮਾਣੇ ਆ, ਮੰਨ ਲਓ ਡਮ 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 ਕਰਦੇ ਆ, ਔਰ ਇਸੇ ਢੰਗ ਨਾਲ ਅਸੀਂ ਗੁੱਟ ਨੂੰ ਇਦਾਂ ਹਲਾਰਾ ਹੀ ਦੇਣਾ ਹੈਗਾ। ਗੁੱਟ ਨੂੰ ਹਿਲਾਣਾ, ਧੌਣ ਬਿਲਕੁਲ ਨਹੀਂ ਹਿਲਾਣੀ, ਸਰੀਰ ਨੂੰ ਵੀ ਉੱਚਾ ਨੀਵਾਂ ਨਹੀਂ ਕਰਨਾ, ਚਿਹਰੇ ਨੂੰ ਵੀ ਨਹੀਂ ਸਿਕੋੜਨਾ। ਬਸ ਨੱਕ ਦਾ ਇੱਕ ਪਾਸਾ ਬੰਦ ਕਰਨਾ, ਦੂਜਾ ਖੋਲ੍ਹਣਾ, ਫਿਰ ਦੂਜਾ ਬੰਦ ਕਰਕੇ ਪਹਿਲਾ ਖੋਲ੍ਹਣਾ, ਪਹਿਲਾ ਬੰਦ ਕਰਕੇ ਦੂਜਾ ਖੋਲ੍ਹਣਾ, ਦੂਜਾ ਬੰਦ ਕਰਕੇ ਫਿਰ ਪਹਿਲਾ ਖੋਲ੍ਹਣਾ, ਪਹਿਲਾ ਬੰਦ ਕਰਕੇ ਦੂਜਾ ਖੋਲ੍ਹਣਾ। ਇਹ ਤਾਂ ਹੋ ਗਈ ਖੋਲ੍ਹਣ ਤੇ ਬੰਦ ਕਰਨ ਦੀ ਕਿਰਿਆ। ਹੁਣ ਇਹਨੂੰ ਸਾਂਸ ਨਾਲ ਜੋੜ ਕੇ ਕਰਾਂਗੇ ਜੀ। ਫਾਇਦਾ ਉਦੋਂ ਹੋਣਾ, ਹਜੇ ਤਾਂ ਆਪਾਂ ਸਿਰਫ ਜਾਂਚ ਸਿੱਖੀ ਕਿ ਨੱਕ ਦਾ ਕਰਨਾ ਕਿੱਦਾਂ ਆ, ਇੱਕ ਪਾਸਾ ਕਿੱਦਾਂ ਬੰਦ ਕਰਨਾ, ਦੂਸਰਾ ਕਿੱਦਾਂ ਖੋਲ੍ਹਣਾ ਹੈਗਾ। ਹੁਣ ਦੇਖੋ ਬਸ ਇਦਾਂ, ਹੋਰ ਕੋਈ ਕੋਸ਼ਿਸ਼ ਨਹੀਂ ਕਰਨੀ ਪੈ ਰਹੀ। ਕੂਹਣੀ ਨੂੰ ਇਦਾਂ ਗੋਡੇ ਜਾਂ ਕਿਸੇ ਚੀਜ਼ ਦੇ ਸਹਾਰੇ ਤੇ ਨਹੀਂ ਟਿਕਾਣਾ, ਬਲਕਿ ਸਿੱਧੇ ਉੱਚੇ ਹੋ ਕੇ ਬੈਠਣਾ ਹੈਗਾ। ਔਰ ਫਿਰ ਬਿਲਕੁਲ ਨੱਕ ਦਾ ਸੱਜਾ ਪਾਸਾ ਬੰਦ ਕਰਕੇ ਹੁਣ ਸ਼ੁਰੂਆਤ ਕਰਨੀ। ਤਾਂ ਸ਼ੁਰੂਆਤ ਕੀ ਕਰਨੀ ਹੈ? ਪਹਿਲਾਂ ਸਾਹ ਛੱਡੋ, ਸੁੱਟੋ ਔਰ ਫਿਰ ਖਿੱਚੋ,
ਛੱਡਣ ਖਿੱਚਣ ਦਾ ਦੋਵੇਂ ਪਾਸੇ ਇੱਕੋ ਪਾਸੇ ਜਦੋਂ ਕੰਮ ਹੋ ਜਾਵੇ ਫਿਰ ਚੌਥੀ ਉਂਗਲੀ ਨਾਲ ਉਹ ਪਾਸਾ ਬੰਦ ਕਰ ਲੈਣਾ, ਦੂਸਰਾ ਪਾਸਾ ਖੋਲ ਦੇਣਾ। ਹੁਣ ਦੂਸਰਾ ਪਾਸਾ ਸੱਜਾ ਖੁੱਲ ਗਿਆ, ਇਧਰੋਂ ਸਾਹ ਸੁੱਟੋ ਔਰ ਭਰੋ, ਫਿਰ ਇਹ ਪਾਸਾ ਬੰਦ ਕਰੋ, ਦੂਸਰਾ ਖੋਲੋ, ਇਧਰੋਂ ਸਾਹ ਛੱਡੋ, ਇੱਕ ਵਾਰੀ ਉਧਰੋਂ ਤੇ ਇੱਕ ਵਾਰੀ ਉਧਰੋਂ ਔਰ ਖਿੱਚੋ, ਫਿਰ ਇਹਨੂੰ ਛੱਡੋ, ਛੱਡੋ ਔਰ ਖਿੱਚੋ। तो मतलब कहन दा एक पासे भर के दूजों छड्या, दूजों भर के पहले छड्या, एक राउंड होया, अजिहे 10 राउंड लगा लो जी। तो मतलब कहन दा ਜਿਹੜੀ ਪਹਿਲੀ क्रिया ਕੀਤੀ ਅਸੀਂ ਕਿ ਸੱਜੀ ਨਾਸ ਨਾਲ सांस ਭਰਿਆ ਛੁੱਟਿਆ, ਉਹਨੂੰ ਕੁੱਲ ਮਿਲਾ ਕੇ ਅੱਧਾ ਕੁ ਮਿੰਟ ਲੱਗਾ ਜਾਂ 1 ਮਿੰਟ, 10 ਵਾਰੀ ਜੇ ਕਰਨਾ, ਜੇ 20 ਵਾਰ ਕਰਨਾ ਤੇ 1 ਮਿੰਟ ਲਾ ਲਓ। ਇਦਾਂ ਹੀ ਦੂਸਰੇ ਪਾਸੇ ਵੀ ਅੱਧਾ ਮਿੰਟ ਲੱਗਾ, ਜਦੋਂ ਦੋਨਾਂ ਨਾਸਾਂ ਨਾਲ ਕੀਤਾ ਤੇ 1 ਮਿੰਟ ਲੱਗਾ। ਮੰਨ ਲਓ 2-3 ਮਿੰਟ ਲੱਗੇ ਜਾਂ ਵੱਧ ਤੋਂ ਵੱਧ 4-5 ਮਿੰਟ ਲੱਗੇ ਜੀ। तो इस 4-5 मिनट की क्रिया के नाल की होया, साडा नक साफ हो गया, सांस नाली साफ हो गई, फेफड़े गर्म हो गए और सांस लेना सुखाला हो गया। अगलियां साह ਦੀਆਂ क्रियावां ਸਾਡੇ ਕੋਲ ਹੋਰ उत्तम ढंग ਨਾਲ ਹੋਣਗੀਆਂ ਜੀ। ਹੁਣ ਆ ਜਿਹੜਾ ਮੈਂ क्रिया ਕੀਤੀ ਆ, ਇੱਕ ਪਾਸਾ ਬੰਦ ਕਰਨਾ ਖੋਲਣਾ, ਇਹ क्रिया ਨੂੰ ਅਨੁਲੋਮ ਵਿਲੋਮ ਦੇ ਵਿੱਚ ਵੀ ਕੀਤਾ ਜਾਂਦਾ। ਉਹ ਕਿਵੇਂ? ਲੇਕਿਨ ਅਨੁਲੋਮ ਵਿਲੋਮ ਦੇ ਵਿੱਚ ਅਸੀਂ सांस ਨੂੰ ਇਦਾਂ ਜ਼ੋਰ ਨਾਲ ਨਹੀਂ ਭਰਦੇ, ਜ਼ੋਰ ਨਾਲ ਨਹੀਂ ਸੁੱਟਦੇ, ਅਸੀਂ ਕਰਦੇ ਉਦਾਂ ਹੀ ਆ। ਅਨੁਲੋਮ ਵਿਲੋਮ ਦੇ ਵਿੱਚ ਅਸੀਂ ਬੜੇ ਆਰਾਮ ਨਾਲ हौली हौली और मैक्सीमम जोड़ा वा फुल पूरा सांस बाहर कढ़ते हैं और फिर हौली हौली भरते हैं, बिना जोर दे बिना आवाज़ दे सांस भरते हैं। फिर ये पासा बंद करके दूसरे पासे तो हौली हौली छड्डते हैं और छड्डते चले जाते हैं, उदों तक छड्डते हैं जदों तक कि आखिरी बूंद बाहर नहीं चली जाती सांस दी। और जदों पूरा सांस बाहर चला गया फिर असी सांस भरना शुरू करते हैं और फिर हौली हौली भरते हैं, बिना आवाज़ दे भरते हैं और फिर ये पासा बंद करके दूसरे पासे तो करते हैं। लेकिन ये अनुलोम विलोम की तीसरी क्रिया वा, ये बारे थोड़ा जिहा विस्तार नाल अगे जाके चर्चा करते हैं। मैं थोड़ा जिहा हुण इत्थे जिक्र इहदा तां कीता आ कि बहुते लोग ये ना समझ लैण कि तो अनुलोम विलोम भी इदां करीदा है। अनुलोम विलोम ते भस्त्रिका सांस दी मतलब तेजी ते मध्यम भस्त्रिका दे विच असीं सांस नूं थोड़ा शक्ति नाल भरदे आ, शक्ति नाल सुੱਟਦੇ आ। ਹਾਂਜੀ ਹਾਂਜੀ, ठीक है ना गल। ਤਾਂ ਮਤਲਬ ਕਹਿਣ ਦਾ ਤਾਂ ਹੀ ਤਾਂ ਜਿਹੜਾ ਇਹ ਸਿਸਟਮ ਗਰਮ ਹੋਊਗਾ, ਗਰਮੈਸ਼ ਹੋਊਗੀ। ਤਾਂ ਇਸੇ ਢੰਗ ਨਾਲ ਇਹ ਜਿਹੜੀ ਪਹਿਲੀ क्रिया ਹੋ ਗਈ ਭਸਤ੍ਰਿਕਾ, ਇਹਨੂੰ ਮਿਲਾ ਕੇ 3 ਤੋਂ ਲੈ ਕੇ 5 ਮਿੰਟ ਤੱਕ ਕੁੱਲ ਸਮਾਂ ਲੱਗਾ। ਮੈਂ ਕਹਿੰਦਾ 3 ਮਿੰਟ ਲਗਾ ਲਓ ਜੀ, ਕੋਈ ਵੀ ਵਿਅਕਤੀ ਲਗਾ ਲੇ, ਘਰ ਦੀ ਕੋਈ ਬੀਬੀ ਇਸ ਤੇ ਟਾਈਮ ਲਗਾ ਲੇ, ਬੱਚਾ ਇਸ ਤੇ ਟਾਈਮ ਲਗਾ ਲੇ, ਕੋਈ ਨੌਜਵਾਨ ਇਸ ਤੇ ਟਾਈਮ ਲਗਾ ਲੇ, ਕੋਈ ਬਜ਼ੁਰਗ ਇਸ ਤੇ ਟਾਈਮ ਲਗਾ ਲੇ, ਸਾਰਿਆਂ ਵਾਸਤੇ ਮਤਲਬ ਇਹ ਫਾਇਦੇਮੰਦ ਹੈਗਾ। और मैं उस लैवल ते सिखाने की दसन की कोशिश कर रहा हाँ जिन्हें कदे भी कोई योग की कोई सांस की क्रिया नहीं की। तो इत्थे आपां सांस दीयां क्रियावां कहने आ, योग की भाषा जिन्होंने असीं प्राणायाम कहने आ। प्राणायाम जिहड़ा वा 2 शब्द जोड़ के बनया, प्राण जमा आयाम, आयाम। तो इहदा मतलब प्राण का विस्तार करना, श्वासां दा श्वास शुद्ध करना। प्राण असीं श्वास कह लैंदे एक तरह नाल, जिहड़ा श्वास एनर्जी देण लई असीं अंदर बाहर लिजाने आ। और आयाम दा मतलब विस्तार, तो साहां दा विस्तार करना वेरवे नाल, हाँ साहां नूं मजबूत करना। वाह जी वाह। तो मतलब ये साहां दी मजबूती जिहड़ी आ ਉਹੀ ਸਾਡੀ ਰੋਗ ਨਾਲ ਲੜਨ ਦੀ ਇੱਕ ਤਾਕਤ ਵਾ, ਉਹਨੇ ਹੀ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਹੈਗਾ, ਦਿਮਾਗ ਦੇ ਨਾਲ ਉਹਨੇ ਹੀ ਮਤਲਬ ਸਾਡੇ ਬਲੱਡ ਨੂੰ ਪਿਉਰੀਫਾਈ ਕਰਨਾ ਹੈਗਾ ਜੀ। ਔਰ ਬਲੱਡ ਜਿੰਨਾ ਪਿਉਰੀਫਾਈ ਹੋਊਗਾ ਉਨਾ ਸਾਡੇ ਸਰੀਰ ਦੇ ਅੰਦਰ ਰੋਗ ਨਾਲ ਲੜਨ ਦੀ ਤਾਕਤ ਵਧੂਗੀ। ਤਾਂ ਸਾਂਸ ਦੀ ਇੱਕ क्रिया ਦਾ ਮੈਂ ਜ਼ਿਕਰ ਕੀਤਾ। ਤਾਂ ਹੁਣ ਮੈਂ ਸਾਂਸ ਦੀ ਦੂਸਰੀ क्रिया ਦਾ ਜ਼ਿਕਰ ਕਰਦਾ ਹਾਂ, ਉਹ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ ਕਪਾਲਭਾਤੀ। कपालभाती तो कपालभाती ये भी कह सकते हैं कि जी नवे जे ना तुसीं नवे जे ना ला लो। तुसीं सांस की पहली क्रिया वा सांस भरना सुटना, एक नास ना दूसरी नास ना दोहाना। दूसरी क्रिया वा सांस केवल सुटन वाले पासे ज्यादा ध्यान देना, भर भी होगा, भर भी ऑटोमेटिकली छोटा जिहा साह भर होना, हाँ निक्का जिहा सांस भर भी होगा, भरन वाले पासे ध्यान नहीं, साह ठा करके सुटन वाले पासे साडा चाहदा ध्यान, ठीक है ना। तो ਉਹਨੂੰ ਅਸੀਂ ਕਪਾਲਭਾਤੀ ਕਹਿੰਦੇ ਹੈਗੇ ਜੀ। ਤਾਂ ਇਹਨੂੰ ਵੀ ਜਿਹੜੇ ਬੰਦੇ ਨੇ ਕਦੇ ਵੀ ਨਹੀਂ ਕੀਤਾ, ਵੈਸੇ ਤਾਂ ਅੱਜ ਦੇ ਯੁੱਗ 'ਚ ਕਿਹੜਾ ਬੰਦਾ ਵਾ ਜਿਹਨੇ ਮਤਲਬ ਯੋਗ ਦੀਆਂ ਇਹ ਕਿਰਿਆਵਾਂ ਨਾ ਦੇਖੀਆਂ ਹੋਣਗੀਆਂ, ਪਰ ਕਈ ਵਾਰੀ ਬੰਦਾ
ਦੇਖਦਾ ਵਾ ਕਰਦਾ ਨਹੀਂ, ਦੇਖਦਾ ਵਾ ਕਰਦਾ ਨਹੀਂ। ਜੀ ਜੀ ਪਰ ਇਸ ਵੇਲੇ ਲੋੜ ਆ ਜਿਹੜੇ ਮਤਲਬ ਹੜ ਇਫੈਕਟਡ ਲੋਕ ਆ, ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਦੂਸ਼ਿਤ ਚੀਜ਼ਾਂ ਉਹਨਾਂ ਦੇ ਪੇਟ 'ਚ ਜਾ ਰਹੀਆਂ, ਦੂਸ਼ਿਤ ਪਾਣੀ ਉਹਨਾਂ ਦੇ ਪੇਟ 'ਚ ਜਾ ਰਿਹਾ ਆ, ਔਰ ਦੂਸ਼ਿਤ ਵਾਯੂ ਉਹਨਾਂ ਦੇ ਪੇਟ 'ਚ ਜਾ ਰਹੀ ਆ। ਮਤਲਬ ਕਹਿਣ ਦਾ ਇਹਨਾਂ ਚੀਜ਼ਾਂ ਤੋਂ ਸਰੀਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਹ ਕਿਰਿਆਵਾਂ ਹੈ ਜੀ, ਸਾਹ ਨੂੰ ਮਜ਼ਬੂਤ ਬਣਾਉਣ ਦੀਆਂ ਇਹ ਕਿਰਿਆਵਾਂ ਆ। ਤਾਂ ਦੂਸਰੀ ਕਿਰਿਆ ਹੈਗੀ ਕਪਾਲ ਭਾਤੀ, ਔਰ ਵੈਸੇ ਕਪਾਲ ਹੁੰਦਾ ਹੈ ਮਸਤਕ, ਔਰ ਭਾਤੀ ਹੁੰਦਾ ਵਾ ਚਮਕ। ਤਾਂ ਮਸਤਕ ਤੇ ਚਮਕ ਜਿਹਦੇ ਨਾਲ ਆਉਂਦੀ ਹੈ, ਮਸਤਕ ਤੇ ਚਮਕ ਇਸੇ ਲਈ ਆਣੀ ਆ ਕਿ ਜਦੋਂ ਅਸੀਂ ਜਿਉਂ-ਜਿਉਂ ਸਾਹ ਦੂਸ਼ਿਤ ਵਾਯੂ ਬਾਹਰ ਸੁੱਟਣਾ ਆ, ਜਿਉਂ-ਜਿਉਂ ਦੂਸ਼ਿਤ ਵਾਯੂ ਬਾਹਰ ਸੁੱਟਣਾ ਆ, ਤਿਵੇਂ-ਤਿਵੇਂ ਸਰੀਰ ਅੰਦਰੋਂ ਸ਼ੁੱਧ ਹੋਣਾ ਆ, ਤਿਵੇਂ-ਤਿਵੇਂ ਸਾਡੀ ਚਮੜੀ ਸਾਫ਼ ਹੋਣੀ ਆ। ਚਮੜੀ ਤੇ ਇਦਾਂ ਜ਼ੋਰ ਨਾਲ ਖਰੋਂਚ ਵੀ ਲਗਾਈਏ, ਉਹਦੀ ਖਰੋਂਚ ਤੱਕ ਵੀ ਨਹੀਂ ਆਊਗੀ ਜੇ ਤੁਸੀਂ ਰੋਜ਼ ਇਹ ਕਿਰਿਆ ਕਰਦੇ। ਤੇ ਜੇ ਚਮੜੀ ਤੇ ਖਰੋਂਚ ਨਹੀਂ ਆਊਗੀ ਤਾਂ ਚਮੜੀ ਤੇ ਚਮਕ ਕਿਉਂ ਨਹੀਂ ਆਊਗੀ? ਬਿਲਕੁਲ ਬਿਲਕੁਲ। ਤਾਂ ਅਸੀਂ ਕਈ ਤਰ੍ਹਾਂ ਦੇ ਬਾਹਰੀ ਸਾਧਨ ਵਰਤਣ ਦੀ ਕੋਸ਼ਿਸ਼ ਕਰਦੇ ਹਾਂ, ਕਰੀਮਾਂ ਜਾਂ ਹੋਰ ਪਾਊਡਰ ਜਾਂ ਕਈ ਚੀਜ਼ਾਂ, ਲੇਕਿਨ ਜੇ ਅਸੀਂ ਸਰੀਰ ਨੂੰ ਦਾ ਵਿਚਲਾ ਪ੍ਰਦੂਸ਼ਿਤ ਵਾਯੂ ਬਾਹਰ ਸੁੱਟਣ ਦਾ, ਟੌਕਸਿਨਸ ਨੂੰ ਬਾਹਰ ਸੁੱਟਣ ਦਾ ਜੇ ਰੋਜ਼ ਦਾ ਅਸੀਂ ਇਹ ਅਭਿਆਸ ਸ਼ੁਰੂ ਕਰ ਦਈਏ ਤਾਂ ਫਿਰ ਦੇਖੋ, ਚਾਹੇ ਹੜ੍ਹ ਪੀੜਤ ਹੋਵੇ ਕੋਈ ਵਿਅਕਤੀ, ਚਾਹੇ ਕੋਈ ਆਪਣੇ ਘਰ 'ਚ ਸੌਖਾ ਸੁਖਾਲਾ ਬੈਠਾ ਵਿਅਕਤੀ ਹੋਵੇ, ਹਰੇਕ ਵਿਅਕਤੀ ਦੇ ਲਈ ਮਤਲਬ ਇਹ ਕਿਰਿਆ ਜਿਹੜੀ ਆ ਉਹ ਲਾਹੇਵੰਦ ਹੈਗੀ ਆ। ਜੀ ਜੀ। ਤਾਂ ਹੁਣ ਇਹ 'ਚ ਕਰਨਾ ਕੀ ਆ? ਸਾਂਸ ਭਰਨਾ ਔਰ ਸੁੱਟਣਾ। ਪਰ ਮੈਂ ਜੇ ABC ਤੋਂ ਸਿਖਾਉਣਾ ਹੋਵੇ, ਸ਼ੁਰੂ ਤੋਂ ਇੱਕ ਨਵੇਂ ਵਿਅਕਤੀ ਨੂੰ ਸਿਖਾਉਣਾ ਹੋਵੇ, ਫਿਰ ਮੈਂ ਉਸ ਢੰਗ ਨਾਲ ਸਿਖਾਉਣਾ। ਮੰਨ ਲਓ ਮੈਂ ਇਹ ਇੱਕ ਹੱਥ ਲਿੱਤਾ, ਖੱਬਾ ਹੱਥ ਲਿੱਤਾ, ਮੰਨ ਲਓ, ਠੀਕ ਆ, ਖੱਬਾ ਹੱਥ ਨੱਕ ਦੇ ਨੇੜੇ ਕਰ ਲਿੱਤਾ ਜਾਂ ਮੂੰਹ ਦੇ ਨੇੜੇ ਕਰ ਲਿੱਤਾ, ਔਰ ਮੈਂ ਤੇ ਬਾਰ-ਬਾਰ ਫੂਕ ਮਾਰਦਾ ਆ, ਔਰ ਮੈਨੂੰ ਆਪਣੇ ਮੂੰਹ ਦੀ ਫੂਕ ਜਿਹੜੀ ਆ ਹਥੇਲੀ ਦੇ ਉਲਟੇ ਪਾਸੇ ਸਾਫ਼ ਮਹਿਸੂਸ ਹੁੰਦੀ ਹੈ। ਹੁਣ ਇਹਦਾ ਸਰੀਰ ਤੇ ਕੀ ਅਸਰ ਹੁੰਦਾ ਆ? ਇਹਦੇ ਵਾਸਤੇ ਮੈਂ ਦੂਜਾ ਹੱਥ ਪੇਟ ਤੇ ਰੱਖ ਲਿੱਤਾ ਜੀ, ਹੁਣ ਮੈਂ ਫੇਰ ਫੂਕ ਮਾਰਦਾ, ਔਰ ਇਹਦੇ ਨਾਲ ਕੀ ਹੁੰਦਾ ਆ? ਜਦੋਂ ਹੀ ਸਾਂਸ ਬਾਹਰ ਜਾਂਦਾ ਆ ਤਿਵੇਂ ਹੀ ਪੇਟ ਅੰਦਰ ਨੂੰ ਪਿਚਕਦਾ ਆ, ਪੇਟ ਅੰਦਰ ਵੱਲ ਨੂੰ ਕੁਦਰਤੀ ਤੌਰ ਤੇ ਜਾਂਦਾ ਹੈ ਜੀ। ਦੋ ਕੰਮ ਹੁੰਦੇ ਆ। ਤਾਂ ਅਸੀਂ ਯੋਗ ਵਿੱਚ ਇਹਨੂੰ ਕਹਿੰਦੇ ਆ, ਸਭ ਰੋਗੋਂ ਕੀ ਏਕ ਦਵਾ, पेट अंदर बाहर हवा। वाह जी वाह। सब रोगों की एक दवा पेट अंदर बाहर हवा। तो जिवें ਅਸੀਂ ਬਾਹਰ ਹਵਾ ਸੁੱਟਾਂਗੇ ਪੇਟ ਅੰਦਰ ਵੱਲ ਨੂੰ ਜਾਊਗਾ ਤੇ ਸਰੀਰ ਦਾ ਪ੍ਰਦੂਸ਼ਣ ਵੀ ਬਾਹਰ ਜਾਊਗਾ, ਸਰੀਰ ਦੇ ਟੌਕਸਿਨਸ ਜ਼ਹਿਰੀਲੇ ਤੱਤ ਪ੍ਰਦੂਸ਼ਿਤ ਵਾਯੂ ਬਾਹਰ ਜਾਊਗੀ, ਸਰੀਰ ਅੰਦਰੋਂ ਸ਼ੁੱਧ ਹੁੰਦਾ ਚਲਾ ਜਾਊਗਾ, ਪੇਟ ਅੰਦਰੋਂ ਨਰਮ ਔਰ ਮਜ਼ਬੂਤ ਹੁੰਦਾ ਚਲਾ ਜਾਊਗਾ ਔਰ ਢੇਰ ਸਾਰੇ ਸਾਨੂੰ ਫਾਇਦੇ ਹੋਣਗੇ। ਜਿਹੜਾ ਹੁਣ ਸਾਨੂੰ ਆਉਣ ਵਾਲੇ ਸਮੇਂ 'ਚ ਪੇਟ ਦੀਆਂ ਪ੍ਰੋਬਲਮਸ ਹੋਣ ਦਾ ਡਰ ਲੱਗਦਾ ਪਿਆ ਵਾ, ਉਹਨਾਂ ਤੋਂ ਸਾਨੂੰ ਇਸ ਤੋਂ ਬੜੀ ਰਾਹਤ ਮਿਲੂਗੀ। ਇਹਦੇ ਨਾਲ ਬੜਾ ਫਾਇਦਾ ਹੈ। ਨੁਕਤਿਆਂ ਦੇ ਨਾਲ ਅਸੀਂ ਆਪਣੀਆਂ ਆਪ ਬਿਮਾਰੀਆਂ ਨੂੰ ਨਾਲ ਤੋਂ ਮੈਂ ਪਹਿਲਾਂ ਫੂਕ ਤੋਂ ਸ਼ੁਰੂ ਕੀਤਾ ਸੀਗਾ, ਹੁਣ ਫੂਕ ਨੂੰ ਬੰਦ ਕਰ ਲੈਣ ਲੱਗਾ। ਹੁਣ ਮੈਂ ਨੱਕ ਦਾ ਇਸਤੇਮਾਲ ਕਰਨਾ ਹੈਗਾ। ਦੇਖੋ ਹੱਥ ਮੇਰਾ ਉਸੇ ਢੰਗ ਨਾਲ ਉਲਟਾ ਨੱਕ ਦੇ ਲਾਗੇ ਹੈਗਾ। ਅੱਗੇ ਮੈਂ ਮੂੰਹ ਨਾਲ ਫੂਕ ਮਾਰਦਾ ਸੀਗਾ, ਹੁਣ ਹੱਥ ਮੇਰਾ ਪੇਟ ਤੇ ਹੀ ਹੈਗਾ ਦੂਸਰਾ, ਔਰ ਮੈਂ ਮੂੰਹ ਨਾਲ ਫੂਕ ਮਾਰਨ ਦੀ ਬਜਾਏ ਨੱਕ ਨਾਲ ਫੂਕ ਮਾਰ ਰਿਹਾ ਹਾਂ। ਹੁਣ ਮੈਂ ਪੇਟ ਤੋਂ ਹੱਥ ਚੱਕ ਵੀ ਲਵਾਂ ਤਾਂ ਵੀ ਜਿਹੜਾ ਹੈਗਾ ਮੈਂ ਕੁਰਸੀ ਤੇ ਬੈਠਾ ਕਰ ਰਿਹਾ ਹਾਂ। ਇਦਾਂ ਕੋਈ ਵੀ ਵਿਅਕਤੀ ਕੁਰਸੀ ਤੇ ਬੈਠ ਕੇ, ਮੰਜੇ ਤੇ ਬੈਠ ਕੇ ਕਰ ਸਕਦਾ ਹੈਗਾ। ਔਰ ਇਦਾਂ 1 ਮਿੰਟ ਕਰੋ ਜੀ, ਔਰ 1 ਮਿੰਟ ਦੇ 3 ਰਾਉਂਡ ਲਗਾਓ। 1 ਮਿੰਟ ਕਰਨ ਤੋਂ ਬਾਅਦ ਮੰਨ ਲਓ ਮੈਂ 1 ਮਿੰਟ ਕੀਤਾ ਤੇ ਅਖੀਰ ਚ ਕੀ ਕਰੋ, ਹੌਲੀ ਹੌਲੀ ਲੰਬਾ ਸਾਹ ਭਰੋ ਔਰ ਹੌਲੀ ਹੌਲੀ ਪੂਰਾ ਸਾਹ ਛੱਡ ਦਿਓ। ਇੱਕ ਰਾਉਂਡ ਹੋਇਆ 1 ਮਿੰਟ ਦਾ ਜੀ। ਨਵਾਂ ਵਿਅਕਤੀ ਜਿਹੜਾ ਵਾ ਉਹ 1 ਮਿੰਟ ਲਗਾਤਾਰ ਕਰਕੇ ਫਿਰ ਲੰਬਾ ਸਾਂਸ ਭਰ ਕੇ ਫਿਰ 2-4 ਸਾਦੇ ਸਾਂਸ ਲਵੇ, ਫਿਰ ਦੂਸਰਾ ਰਾਉਂਡ ਲਗਾਵੇ, ਫਿਰ ਉਸੇ ਢੰਗ ਨਾਲ ਸਿੱਧੇ ਬੈਠ ਜਾਣਾ ਹੈਗਾ। ਚੌਂਕੜੀ ਮਾਰ ਲੈਣੀ ਹੈਗੀ ਔਰ ਏਦਾਂ ਹੱਥਾਂ ਦਾ ਪਹਿਲਾ ਅੰਗੂਠਾ ਔਰ ਪਹਿਲਾ ਪੁੱਟਾ ਮਿਲਾ ਕੇ, ਜਿੱਦਾਂ ਨਿਆਣੇ ਗੁੱਟ ਜਿਹੜੇ ਏਦਾਂ ਗੋਡਿਆਂ ਤੇ ਰੱਖੇ ਜਾ ਸਕਦੇ ਆ ਔਰ ਗੁੱਟਾਂ ਤੇ ਭਾਰ ਪਾ ਕੇ ਸਰੀਰ ਨੂੰ ਸਿੱਧਾ ਔਰ ਉੱਚਾ ਉਠਾਇਆ ਜਾ ਸਕਦਾ ਵਾ। ਰੀੜ੍ਹ ਦੀ ਹੱਡੀ ਨੂੰ ਪੂਰੀ ਸਿੱਧੀ ਕਰਨਾ। ਹਾਂ, ਸਰੀਰ ਸਿੱਧਾ ਰੱਖਣਾ ਹੈਗਾ, ਸਰੀਰ ਢਿੱਲਾ ਜਿਹਾ ਨਹੀਂ ਰੱਖਣਾ ਹੈਗਾ, ਸਰੀਰ ਸਿੱਧਾ ਔਰ ਉੱਚਾ ਰੱਖਣਾ ਹੈਗਾ। ਔਰ ਫਿਰ ਇਸੇ ਢੰਗ ਨਾਲ ਅਸੀਂ ਸ਼ੁਰੂ ਕਰਨਾ ਹੈਗਾ। ਇਹਦੇ ਵਿੱਚ ਬੇਸ਼ੱਕ ਤੁਹਾਡੇ ਸਾਹ ਸੁੱਟਣ ਦੀ ਆਵਾਜ਼ ਲਾਗੇ ਬੈਠੇ ਦੂਸਰੇ ਵਿਅਕਤੀ ਨੂੰ ਸੁਣੇ, ਦੂਸਰੇ ਵਿਅਕਤੀ ਤੱਕ ਜਾਵੇ ਤਾਂ ਵੀ ਕੋਈ ਗੱਲ ਨਹੀਂ ਹੈ। ਦੇਖੋ ਆਪਾਂ ਇੱਕ ਇੰਜਨ ਦੀ ਮਿਸਾਲ ਲੈਂਦੇ ਆ, ਇੰਜਨ ਚਲਾਣੇ ਆ ਤੇ ਉਹਦਾ ਧੂਆਂ ਜਿਹੜਾ ਵਾ ਉਹ ਬਾਹਰ ਜਾਂਦਾ ਆ, ਉਹ ਕਰਦਾ ਵਾ ਤੁਕ 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 ਤੁਕ, ਔਰ ਅੰਦਰਲਾ ਧੂਆਂ ਜਿਹੜਾ ਹੈ, ਅੰਦਰਲੀ
ਪ੍ਰਦੂਸ਼ਣ ਅੰਦਰਲੀ ਕਾਰਬਨ ਜਿਹੜੀ ਆ ਉਹ ਬਾਹਰ ਬਾਹਰ ਨਿਕਲਦੀ ਚਲੇ ਜਾਂਦੀ। ਹਾਂਜੀ ਔਰ ਇਹਦੇ ਨਾਲ ਇੰਜਨ ਨੂੰ ਸੁਖਾਲਾ ਚੱਲਣ 'ਚ ਸਹਾਇਤਾ ਮਿਲਦੀ ਹੈ। ਅਸੀਂ ਵੀ ਸਰੀਰ ਦਾ ਧੂੰਆਂ ਹੀ ਬਾਹਰ ਕੱਢਣਾ ਹੈਗਾ, ਮਤਲਬ ਗਲਤ ਹਵਾ ਨੂੰ ਬਾਹਰ ਹਾਂ ਬਾਹਰ ਕੱਢਣਾ ਹੈਗਾ। ਔਰ ਇਹਦੇ ਨਾਲ ਕੀ ਹੋਊਗਾ, ਉਹ ਪੇਟ ਜਿਹੜਾ ਵਾ ਉਹ ਨਰਮ ਹੋਣਾ ਸ਼ੁਰੂ ਹੋ ਜਾਊਗਾ, ਪੇਟ ਦੀ ਅਕੜਾਹਟ ਘਟਣੀ ਸ਼ੁਰੂ ਹੋ ਜਾਊਗੀ, ਪੇਟ ਦੀ ਤਾਕਤ बढ़नी ਸ਼ੁਰੂ ਹੋ ਜਾਊਗੀ, ਪੇਟ ਦੀਆਂ ਪ੍ਰੋਬਲਮਸ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਔਰ ਇੱਥੋਂ ਜਦੋਂ ਅਸੀਂ ਸਾਂਸ ਨੂੰ ਬਾਹਰ ਲਗਾਤਾਰ ਸੁੱਟਣਾ ਹੈਗਾ ਤੇ ਸਾਂਸ ਨਾਲ ਹੀ ਫੇਰ ਸਾਡੀ ਸਾਫ਼ ਦੀ ਸਾਫ਼ ਖੂਨ ਸਾਫ਼ ਹੋਣਾ ਸ਼ੁਰੂ ਹੋ ਜਾਊਗਾ, ਸਰੀਰ ਦੇ ਟੌਕਸਿਨਸ ਬਾਹਰ ਜਾਣੇ ਸ਼ੁਰੂ ਹੋ ਜਾਣਗੇ ਔਰ ਇਹਦੇ ਨਾਲ ਸਾਨੂੰ ਉਨੇ ਹੀ ਲਾਭ ਹੋਣੇ ਸ਼ੁਰੂ ਹੋ ਜਾਣਗੇ। ਜਿੱਦਾਂ ਨਲਕੇ ਦੀ ਇੱਕ ਮਿਸਾਲ ਦਿੱਤਾ ਕਰਦੇ ਹਾਂ, ਨਲਕੇ ਦੇ ਹੈਂਡਲ ਨੂੰ ਆਪਾਂ ਥੱਲੇ ਨੂੰ ਜ਼ੋਰ ਨਾਲ ਦਬਾਉਂਦੇ ਹਾਂ, ਉੱਪਰ ਨੂੰ ਆਪੇ ਆ ਜਾਂਦਾ, ਆਪਣੇ ਆਪ ਆ ਜਾਂਦਾ। ਇਸੇ ਢੰਗ ਨਾਲ ਅਸੀਂ ਸਾਂਸ ਜ਼ੋਰ ਨਾਲ ਸੁੱਟ ਦਿੱਤਾ ਨੱਕ ਨਾਲ ਜੀ, ਅਸੀਂ ਕੋਈ ਮੂੰਹ ਨੂੰ ਨਹੀਂ ਸਕੋੜਨਾ, ਅਸੀਂ ਕੋਈ ਸਰੀਰ ਨੂੰ ਉੱਚਾ ਨੀਵਾਂ ਨਹੀਂ ਕਰਨਾ, ਸਰੀਰ ਸਿੱਧਾ ਔਰ ਸਥਿਰ ਰੱਖਣਾ ਹੈਗਾ ਔਰ ਅਸੀਂ ਸਾਂਸ ਨੂੰ ਬਾਹਰ ਸੁੱਟਦੇ ਚਲੇ ਜਾਣਾ ਹੈਗਾ। ਔਰ ਇਸ ਢੰਗ ਨਾਲ ਦੇਖੋ, ਮੈਂ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਦੋ ਖਤਰੇ ਆ, ਸਾਂਸ ਦੀਆਂ ਪ੍ਰੋਬਲਮਸ ਔਰ ਪੇਟ ਦੀਆਂ ਪ੍ਰੋਬਲਮਸ, ਜੀ ਇਹਨਾਂ ਦੋਹਾਂ ਐਕਸਰਸਾਈਜ਼ਾਂ ਨਾਲ ਕਰ ਲਓ। ਹੁਣ ਮੰਨ ਲਓ ਹੁਣ ਅਗਸਤ ਮਹੀਨਾ ਆ ਤੇ ਨਵੰਬਰ ਸਤੰਬਰ ਅਕਤੂਬਰ ਨਵੰਬਰ ਚ ਦਸੰਬਰ ਚ ਗਾਹਾਂ ਜਦੋਂ ਕਿ ਗੁਰੂ ਨਾਨਕ ਜਨਮ ਸ਼ਤਾਬਦੀ ਆਣੀ ਹੈ 550 ਸਾਲਾ, ਉਦੋਂ ਤੱਕ ਠੰਡ ਸ਼ੁਰੂ ਹੋ ਜਾਣੀ ਹੈ ਕਾਫੀ। ਬਿਲਕੁਲ ਬਿਲਕੁਲ। ਤੇ ਠੰਡ ਵਿੱਚ ਸਾਨੂੰ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਆ, ਧੁੰਦ ਕੋਰੇ ਦਾ ਵੀ ਸਾਨੂੰ ਮਤਲਬ ਕਰਨਾ ਦੇਖਣਾ ਪੈਂਦਾ ਆ। ਤਾਂ ਉਹਨਾਂ ਦਿਨਾਂ ਵਿੱਚ ਤਾਂ ਇਹ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੋਣਾ ਹੈਗਾ, ਕਪਾਲਭਾਤੀ ਔਰ ਅਨੁਲੋਮ ਵਿਲੋਮ। ਔਰ ਉਸ ਵੇਲੇ ਕਪਾਲਭਾਤੀ ਨੇ ਖਾਸ ਤੌਰ ਤੇ ਸਾਡੇ ਨੱਕ ਨੂੰ ਸਾਫ਼ ਕਰ ਦੇਣਾ, ਸਾਹ ਨਾਲੀ ਨੂੰ ਸਾਫ਼ ਕਰ ਦੇਣਾ ਵਾ, ਬਜਾਏ ਇਸ ਦੇ ਕਿ ਇਸ ਧੁੰਦ ਕੋਰਾ ਨੱਕ ਰਾਹੀਂ ਸਾਡੇ ਅੰਦਰ ਜਾ ਕੇ ਸਾਂਸ ਨਾਲੀ ਨੂੰ ਜਾਮ ਕਰੇ, ਉਹਦੀ ਬਜਾਏ ਅੰਦਰਲਾ ਜਿਹੜਾ ਜੰਮਿਆ ਹੋਇਆ ਵਾ ਕਾਰਬਨ ਕੋਈ ਅੰਦਰ ਠੰਡੀ ਹਵਾ ਆ, ਪ੍ਰਦੂਸ਼ਣ ਵਾਸ਼ਪ ਜੰਮਿਓ ਆ, ਉਹਨਾਂ ਨੂੰ ਬਾਹਰ ਕੱਢਣ 'ਚ ਸਾਨੂੰ ਸਹਾਇਤਾ ਮਿਲੂਗੀ। ਸੋ ਇਸ ਢੰਗ ਨਾਲ ਕਪਾਲਭਾਤੀ ਜਿਹੜਾ ਹੈਗਾ ਉਹ ਸਾਡੇ, ਹੁਣ ਮੈਂ ਜਿਹੜੀ ਗੱਲ ਵਿਸ਼ੇਸ਼ ਇਹਦਾ ਲਾਭ ਇੱਕ ਹੋਰ ਮੈਂਸ਼ਨ ਕਰ ਦਵਾਂ, ਉਹ ਹੈਗਾ ਚਮੜੀ ਦੇ ਦੋਸ਼। ਅੱਛਾ ਜੀ। ਹੁਣ ਦੇਖੋ ਲੋਕਾਂ ਨੂੰ ਚਮੜੀ ਦੇ ਰੋਗ ਜਿਹੜੇ ਬਹੁਤ ਸਾਰੇ ਹੋਣਗੇ, ਖਾਰਸ਼ਾਂ ਆਉਣੀਆਂ ਸ਼ੁਰੂ ਹਰ ਪੀੜਤਾਂ ਨੂੰ ਖਾਰਿਸ਼ ਦੀਆਂ ਸ਼ਿਕਾਇਤਾਂ ਆਉਣਗੀਆਂ। ਤਾਂ ਜੇ ਉਹ ਆਪਣੇ ਇਹ ਕਪਾਲਭਾਤੀ ਰੈਗੂਲਰ ਤੌਰ ਤੇ ਸਵੇਰੇ ਵੀ ਔਰ ਸ਼ਾਮ ਨੂੰ ਵੀ ਇਦਾਂ ਕਰਨਾ ਸ਼ੁਰੂ ਕਰ ਦੇਣਗੇ ਤਾਂ ਉਹਨਾਂ ਨੂੰ ਢੇਰ ਸਾਰਾ ਇਸ ਤੋਂ ਫਾਇਦਾ ਹੋਣਾ ਸ਼ੁਰੂ ਹੋ ਜਾਊਗਾ। ਅੱਜ ਜਿੱਥੇ ਮੈਂ ਗੋਲੀ ਦੀ ਚਰਚਾ ਕੀਤੀ ਆ ਕਿ ਇਹ ਆਰੋਗਿਆਵਟੀ ਜਿਹੜੀ ਗੋਲੀ ਆ, ਮੰਨ ਲਓ ਇਹਦੇ ਵਿੱਚ ਨਿੰਮ ਵਾ, ਨਿੰਮ ਜਿਹੜੀ ਖੂਨ ਨੂੰ ਸਾਫ਼ ਕਰੂਗੀ, ਤੁਲਸੀ ਜਿਹੜੀ ਤੋਂ ਸਾਫ਼ ਕਰੂਗੀ, ਬੁਖਾਰ ਤੋਂ ਰਾਹਤ ਦੇਊਗੀ ਔਰ ਗਲੋ ਇਨਫੈਕਸ਼ਨ ਨੂੰ ਦੂਰ ਕਰੂਗੀ। ਇਹ ਗੱਲਾਂ ਬਿਨਾਂ ਇਹ ਗੋਲੀ ਖਾਦਿਆਂ ਵੀ ਸਾਡੇ ਸਰੀਰ ਜਾਨੀ ਸਾਡੀ ਇਨਫੈਕਸ਼ਨ ਦੂਰ ਹੋਣੀ ਸ਼ੁਰੂ ਹੋ ਜਾਊਗੀ, ਸਾਡਾ ਪ੍ਰਦੂਸ਼ਣ ਦੂਰ ਹੋਣਾ ਸ਼ੁਰੂ ਹੋ ਜਾਊਗਾ। ਚਮੜੀ, ਜਿੱਦਾਂ ਇਹਦਾ ਨਾਂ ਹੀ ਮੈਂ ਕਪਾਲਭਾਤੀ ਕਿਹਾ, ਚਮਕ ਆਉਣਾ, ਤਾਂ ਚਮੜੀ ਤੇ ਚਮਕ ਆਉਣੀ ਸ਼ੁਰੂ ਤਾਂ ਹੀ ਹੋਊਗੀ ਜੇ ਚਮੜੀ ਸਾਫ਼ ਆ, ਜੇ ਖੂਨ ਸਾਫ਼ ਆ ਤਾਂ ਖੂਨ ਸਾਫ਼ ਹੋਣਾ ਸ਼ੁਰੂ ਹੋ ਜਾਊਗਾ, ਫੇਫੜਿਆਂ ਦੇ ਵਿਚਲਾ ਪ੍ਰਦੂਸ਼ਣ ਬਾਹਰ ਜਾਣਾ ਸ਼ੁਰੂ ਹੋ ਜਾਊਗਾ। ਤਾਂ ਚਮੜੀ ਦੇ ਰੋਗਾਂ ਤੋਂ ਮੁਕਤੀ ਦਾ ਇੱਕ ਉੱਤਮ ਉਪਾਅ ਹੈਗਾ ਵਾ ਕਪਾਲਭਾਤੀ ਜੀ। ਸੋ ਯੋਗ ਜਿਹੜਾ ਵਾ ਹਰ ਪੀੜਤਾਂ ਲੋਕਾਂ ਦੀ ਇੱਕ ਢੰਗ ਨਾਲ ਕਿੰਨੀ ਵਧੀਆ ਮਦਦ ਕਰ ਸਕਦਾ ਵਾ ਜੇਕਰ ਇਸ ਨੂੰ ਅਪਣਾਇਆ ਜਾਵੇ। ਯੋਗ ਭਜਾਏ ਰੋਗ, ਯੋਗ ਭਜਾਵੇ ਰੋਗ, ਯੋਗ ਮਿਟਾਵੇ ਰੋਗ, ਯੋਗ ਰੱਖੇ ਨਿਰੋਗ, ਇਹ ਨਾਰੇ ਉਦੋਂ ਸਾਰਥਕ ਹੋ ਜਾਂਦੇ ਹੈਗੇ ਜਦੋਂ ਮਤਲਬ ਅਸੀਂ ਇਹਨਾਂ ਕਿਰਿਆਵਾਂ ਨੂੰ ਅਮਲੀ ਰੂਪ ਚ ਕਰਾਂਗੇ। ਦੇਖੋ ਮੈਂ ਜਦੋਂ ਸੰਤ ਬਾਬਾ ਜੀ ਦੀ ਉਦਾਹਰਨ ਦਿੰਦਾ ਆ ਕਿ ਉਹ ਕਰਨੀ ਦੇ ਨਹੀਂ ਕਥਨੀ ਦੇ ਸੰਤ ਵਾ। ਬਿਲਕੁਲ ਉਹ ਸੌਰੀ ਮੈਂ ਫਿਰ ਉਲਟ ਕਹਿ ਗਿਆ, ਸੌਰੀ ਮੈਂ ਖਿਮਾ ਮੰਗਦਾ, ਕਥਨੀ ਦੇ ਨਹੀਂ ਕਰਨੀ ਦੇ ਸੰਤ ਵਾ। ਉਹ ਗੱਲਾਂ ਕਰਨ ਵਾਲੇ ਨਹੀਂ, ਉਹ ਕੰਮ ਕਰਨ 'ਚ ਵਿਸ਼ਵਾਸ ਰੱਖਣ ਵਾਲੇ ਸੰਤ ਵਾ। ਇਦਾਂ ਹੀ ਅਸੀਂ ਵੀ ਕਹਿੰਦੇ ਆ ਕਿ ਯੋਗ ਭਾਈ ਗੱਲਾਂ ਕਰ ਲੈਣਾ ਹੀ ਨਹੀਂ, ਸੁਣ ਲਿਆ ਜੀ ਮੈਨੂੰ ਆ ਗਿਆ ਜੀ, ਪਤਾ ਲੱਗ ਗਿਆ ਜੀ, ਇਹਦਾ ਕੋਈ ਮੈਨਾ ਨਹੀਂ। ਕਰੋਗੇ ਤਾਂ ਲਾਭ ਹੋਣਾ ਹੈਗਾ। ਕਰਨੀ ਵਿੱਚ ਜਦੋਂ ਬਦਲੋਗੇ ਇਸ ਚੀਜ਼ ਨੂੰ, ਅਮਲ ਵਿੱਚ ਲੈ ਕੇ ਆਵਾਂਗੇ ਤਾਂ ਲਾਭ ਹੋਣਾ ਹੈਗਾ। ਜੇ ਮੈਂ ਵੀ ਇੱਥੇ ਬੈਠਾ ਗੱਲ ਕਰਦਾ ਵਾਂ ਤੇ ਮੇਰੀ ਗੱਲ ਦੇ ਵਿੱਚ ਵਜ਼ਨ ਉਦੋਂ ਹੀ ਆ ਜਦੋਂ ਮੈਂ ਖੁਦ ਇੱਥੇ ਪਹਿਲਾਂ ਅਮਲ ਕਰਦਾ। ਅਸੀਂ ਸਵੇਰੇ ਯੋਗ ਦੀ ਕਲਾਸ ਸਵੇਰੇ ਵੀ ਲਗਾਈ ਆ, ਰੋਜ਼ਾਨਾ ਸਾਡੀ ਯੋਗ ਦੀ ਕਲਾਸ ਲੱਗਦੀ ਆ, ਬਲਕਿ ਸ਼ਹਿਰ ਵਿੱਚ ਅਸੀਂ ਇੱਕ ਦੀਆਂ ਵੀ 2 ਕਲਾਸਾਂ ਲਗਾਣੇ, ਸਵੇਰੇ ਔਰ ਸ਼ਾਮ। ਤੇ ਸ਼ਾਮ ਦੇ ਸਮੇਂ ਬੀਬੀਆਂ ਦੀ ਇੱਕ ਅਲੱਗ ਕਲਾਸ ਲੱਗਦੀ ਆ, ਸਵੇਰ ਸਮੇਂ ਬੀਬੀਆਂ ਭਾਈਆਂ ਦੀ ਇਕੱਠੀ ਕਲਾਸ ਲੱਗਦੀ ਆ। ਤਾਂ ਮਤਲਬ ਅਸੀਂ ਇਹ ਮੁਫਤ ਗਿਆਨ ਵੰਡਦੇ ਆ, ਪਰ ਅਸੀਂ ਉਹਨਾਂ ਨੂੰ ਹੀ ਵੰਡਦੇ ਆ ਜਿਹੜੇ ਉਸ ਦੀ ਕਦਰ ਕਰਨੀ ਜਾਣਦੇ ਆ, ਜਿਹੜੇ ਇਸ ਦੀ ਲੋੜ ਨੂੰ, ਇਹਦੇ ਮਹੱਤਵ ਨੂੰ ਮਹਿਸੂਸ ਕਰਦੇ ਆ। ਅਸੀਂ ਬੜੀ ਦਲੀਲ ਨਾਲ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਹ ਕਿਰਿਆ ਕਿਉਂ ਕਰਨੀ ਆ, ਇਸ ਕਿਰਿਆ ਦੇ ਕਰਨ ਨਾਲ ਸਾਨੂੰ ਕੀ ਲਾਭ ਹੋਣੇ ਆ। ਜਦੋਂ ਅਸੀਂ ਉਸ ਦਲੀਲ ਨਾਲ ਕਾਇਲ ਹੋ ਜਾਈਏ ਫੇਰ ਵੀ ਅਸੀਂ ਨਾ ਕਰੀਏ, ਫੇਰ ਕਸੂਰ ਕਿਹਦਾ? ਠੀਕ ਆ ਨਾ। ਇਸ ਕਰਕੇ ਸਾਨੂੰ ਮਤਲਬ
ਇਸ ਜਦੋਂ ਦਲੀਲ ਨਾਲ ਕਾਇਲ ਹੋ ਜਾਈਏ ਕਿ ਹਾਂ ਵਾਕਈ ਇਸ ਚੀਜ਼ ਨੂੰ ਕਰਨ ਦੇ ਆਹ ਫਾਇਦੇ ਆ ਔਰ ਇਸ ਢੰਗ ਨਾਲ ਫਾਇਦੇ ਆ ਔਰ ਇਸ ਢੰਗ ਨਾਲ ਸਾਨੂੰ ਅਸੀਂ ਇਹਨੂੰ ਕਰ ਸਕਦੇ ਹਾਂ ਬੜੇ ਆਰਾਮ ਨਾਲ, ਤੇ ਫਿਰ ਭਾਈ ਕਰੋ ਔਰ ਫਿਰ ਇਹਦਾ ਢੇਰ ਸਾਰੇ ਫਾਇਦੇ ਉਠਾਓ। ਆਉਣ ਵਾਲੀਆਂ ਸਰਦੀਆਂ ਵੀ ਤੁਹਾਡੇ ਲਈ ਸਰਦੀਆਂ ਨਹੀਂ ਰਹਿਣਗੀਆਂ, ਸਰਦੀ ਨਹੀਂ ਲੱਗੂਗੀ, ਗਰਮੀ ਨਹੀਂ ਲੱਗੂਗੀ। ਤਾਂ ਭਰ ਗਰਮੀ ਦੇ ਵਿੱਚ ਧੁੱਪਾਂ 'ਚ ਅਸੀਂ ਕੋਠਿਆਂ ਤੇ ਬੈਠੇ ਆ, ਉੱਥੇ ਵੀ ਸਾਨੂੰ ਇਹਨਾਂ ਚੀਜ਼ਾਂ ਨੇ ਫਾਇਦਾ ਦੇਣਾ ਹੈਗਾ। ਬਿਲਕੁਲ ਜੀ, ਸੋ 2 ਪ੍ਰਾਣਾਯਾਮ ਅਸੀਂ ਸ਼ੇਅਰ ਕੀਤੇ, ਭਸਤ੍ਰਿਕਾ ਔਰ ਕਪਾਲਭਾਤੀ। ਜੇ ਸਮਾਂ ਹੈਗਾ ਤਾਂ ਤੀਸਰਾ ਵੀ ਆਪਾਂ ਕਰ ਸਕਦੇ। ਕਰ ਲਓ, ਕੋਈ ਗੱਲ ਨਹੀਂ। ਤਾਂ ਮੈਂ ਤੀਸਰੇ ਪ੍ਰਾਣਾਯਾਮ ਦੀ ਵੀ ਚਰਚਾ, ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜਾ ਪ੍ਰਾਣਾਯਾਮ ਜੀ, ਉਹ ਹੈਗਾ ਅਨੁਲੋਮ ਵਿਲੋਮ। ਅਨੁਲੋਮ ਵਿਲੋਮ, ਇਹਨੂੰ ਵਾਈਸ ਵਰਸਾ ਕਹਿ ਲੈਂਦੇ ਆ, ਵੀ ਇੱਕ ਪਾਸਿਓਂ ਸਾਹ ਲੈਣਾ ਦੂਜਿਓਂ ਛੱਡਣਾ, ਦੂਜਿਓਂ ਪਾਸਿਓਂ ਸਾਹ ਲੈਣਾ ਪਹਿਲੇ ਤੋਂ ਛੱਡਣਾ, ਪਹਿਲਿਓਂ ਸਾਹ ਲੈਣਾ। ਇਹ ਅਸੀਂ ਪਹਿਲਾਂ ਵੀ ਕਰ ਚੁੱਕੇ ਆ, ਪਰ ਉਹ ਪਹਿਲਾਂ ਭਸਤ੍ਰਿਕਾ ਦੇ ਵਿੱਚ ਅਸੀਂ ਜਿਹੜਾ ਕੀਤਾ ਸੀਗਾ ਇਧਰੋਂ ਇਸ ਢੰਗ ਨਾਲ ਕੀਤਾ। ਹੁਣ ਅਸੀਂ ਕੀ ਕਰਨਾ ਹੀ ਇਹੀ ਕਰਨਾ, ਏਦਾਂ ਹੀ ਆ, ਪਰ ਇਹਦੇ ਵਿੱਚ ਕਰਨਾ ਏਦਾਂ ਵਾ ਆਰਾਮ ਦੇ ਨਾਲ। ਪਹਿਲਾਂ ਹੌਲੀ ਹੌਲੀ ਛੱਡਿਆ, 1 2 3 4 5 6 7 8 ਭਰਿਆ, 1 2 3 4। ਫਿਰ ਇਹ ਪਾਸਾ ਬੰਦ ਕੀਤਾ ਦੂਜੇ ਪਾਸੇ ਤੋਂ। ਦੂਜਾ ਪਾਸਾ ਉਦੋਂ ਖੋਲਣਾ, ਪਹਿਲਾ ਪਾਸਾ ਬੰਦ ਕਰਕੇ ਜੀ। ਹੁਣ ਜਦ ਦੂਜਾ ਪਾਸਾ ਖੁੱਲ ਗਿਆ ਸੱਜਾ, ਫਿਰ ਉਧਰੋਂ ਛੱਡਣਾ ਹੈਗਾ, ਦੁੱਗਣਾ ਛੱਡੋ, ਅੱਧਾ ਭਰੋ, 1 2 3 4 5 6 7 8 ਛੱਡ ਦਿੱਤਾ, ਭਰੋ, 1 2 3 4। ਆਰਾਮ ਨਾਲ ਭਰਨਾ, ਆਰਾਮ ਨਾਲ ਛੱਡਣਾ। ਔਰ ਯਾਨੀ ਭਰੋ ਥੋੜਾ ਜਿਹਾ ਛੋਟਾ, ਵੱਧ ਛੱਡੋ, ਪੂਰਾ ਵੱਧ ਤੋਂ ਵੱਧ ਛੱਡੋ ਜੀ। ਔਰ ਜਦੋਂ ਫਿਰ ਤੁਸੀਂ ਇਹ 'ਚ ਐਕਸਪਰਟ ਹੋ ਜਾਂਦੇ ਆ, ਫਿਰ ਇਹਨੂੰ ਅੱਖਾਂ ਬੰਦ ਕਰਕੇ ਕਰੋ। ਬੰਦ ਅੱਖਾਂ ਕਰਨ ਨਾਲ ਕੀ ਹੋਊਗਾ, ਤੁਹਾਡਾ ਸਾਹ ਨਾਲ ਤੁਸੀਂ ਜੁੜ ਜਾਓਗੇ। ਜਿਹੜਾ ਸਾਹ ਬਾਹਰ ਛੱਡ ਰਹੇ ਆ ਉਹਨੂੰ ਵੀ ਤੁਸੀਂ ਦੇਖ ਰਹੇ ਆ ਬੰਦ ਅੱਖਾਂ ਦੇ ਨਾਲ, ਔਰ ਜਿਹੜਾ ਸਾਹ ਅੰਦਰ ਭਰ ਰਹੇ ਆ ਉਹਨੂੰ ਵੀ ਤੁਸੀਂ ਬੰਦ ਅੱਖਾਂ ਨਾਲ ਦੇਖ ਰਹੇ ਆ। ਇਸ ਨੂੰ ਅਸੀਂ ਦੀਰਘ ਸ਼ਵਾਸ ਪ੍ਰੇਕਸ਼ਾ ਵੀ ਕਹਿ ਲੈਂਦੇ ਹਿੰਦੀ ਦੇ ਵਿੱਚ। ਦੀਰਘ ਸ਼ਵਾਸ ਯਾਨੀ ਲੰਬੇ ਸਾਹਾਂ ਨੂੰ ਦੇਖਣਾ, ਹਲਕਾ ਹਲਕਾ ਦੇਖਣਾ, ਠੀਕ ਹੈ ਨਾ। ਤੇ ਇਹਦੇ ਵਿੱਚ ਬਿਨਾਂ ਜ਼ੋਰ ਲਾਇਆ, ਬਿਨਾਂ ਝਟਕੇ ਦੇ, ਬਿਨਾਂ ਪ੍ਰੈਸ਼ਰ ਦੇ ਸਾਹ ਸੁੱਟਣਾ ਨਹੀਂ ਹੈਗਾ। ਆਰਾਮ ਦੇ ਨਾਲ ਆਪਣੇ ਸਰੀਰ ਦੀ ਕਪੈਸਿਟੀ ਦੇ ਮੁਤਾਬਕ। ਮੰਨ ਲਓ ਜਿਹੜਾ ਸ਼ੁਰੂਆਤੀ ਬੰਦਾ ਆ, ਨਵਾਂ ਬੰਦਾ ਆ, ਉਹ 1 ਤੋਂ 4 ਤੱਕ ਭਰੇ ਔਰ 1 ਤੋਂ 8 ਤੱਕ ਛੱਡੇ ਜੀ। ਇਹ ਸੈਕਿੰਡ ਦੇ ਹਿਸਾਬ ਨਾਲ ਕਾਊਂਟ। ਇਹਦੇ ਨਾਲ ਵੀ ਕੀ ਹੋ ਜਾਊਗਾ, ਲਗਭਗ 12 ਦੀ ਗਿਣਤੀ ਤੱਕ ਜਿਹੜੇ ਸਾਹ ਵਾ ਉਹ ਲਗਭਗ ਉਹਨੂੰ 7-8 ਸੈਕਿੰਡ ਲੱਗ ਜਾਣਗੇ ਜੀ। 10 ਸੈਕਿੰਡ ਵੀ ਲੱਗ ਸਕਦੇ ਆ ਜੀ। ਤਾਂ ਮੰਨ ਲਓ 7-8 ਸੈਕਿੰਡ ਵੀ ਲੱਗੇ ਤਾਂ ਉਹ 1 ਮਿੰਟ ਦੇ 7-8 ਸਾਹ ਹੋ ਜਾਣਗੇ। ਜਿਹੜੇ ਸਾਹ ਅਸੀਂ 1 ਮਿੰਟ ਦੇ ਵਿੱਚ 15-16 ਨਾਰਮਲ ਸਾਹ ਲੈਣੇ ਆ, ਉਦੋਂ ਅੱਧ ਰਹਿ ਗਿਆ ਜੀ, ਸਾਹ ਦੁੱਗਣੇ ਲੰਬੇ ਹੋ ਗਏ ਜੀ। ਔਰ ਜਿਵੇਂ ਜਿਵੇਂ ਸਾਡੀ ਇਸ ਪ੍ਰੈਕਟਿਸ ਵੱਧਦੀ ਜਾਊਗੀ ਤਾਂ ਫਿਰ ਅਸੀਂ 4-8 ਦੀ ਬਜਾਏ 8-16 ਕਰ ਸਕਦੇ ਹਾਂ, 10-20 ਕਰ ਸਕਦੇ ਹੈਗੇ ਆ। ਔਰ 10-20 ਕਰਾਂਗੇ ਤਾਂ 10 ਤੱਕ ਭਰਾਂਗੇ, ਇਹਦਾ ਮਤਲਬ 10 ਸੈਕਿੰਡ ਅਸੀਂ ਸਾਹ ਭਰਿਆ, ਔਰ 20 ਦੀ ਗਿਣਤੀ ਤੱਕ ਛੱਡਾਂਗੇ, ਇਹਦਾ ਮਤਲਬ 20 ਸੈਕਿੰਡ ਅਸੀਂ ਸਾਹ ਛੱਡਿਆ। ਇੱਕ ਸਾਹ ਭਰਨ ਛੱਡਣ ਨੂੰ ਅੱਧਾ ਮਿੰਟ ਲੱਗ ਗਿਆ, ਔਰ 1 ਮਿੰਟ ਦੇ 2 ਸਾਹ ਰਹਿ ਗਏ। ਦੇਖੋ ਕਿੰਨੀ ਤਾਕਤ ਸਾਡੇ ਅੰਦਰ ਜਾਣੀ ਸ਼ੁਰੂ ਹੋ ਜੂਗੀ, ਕਿੰਨੀ ਮੋਰ ਐਂਡ ਮੋਰ ਆਕਸੀਜਨ ਸਾਡੇ ਅੰਦਰ ਜਾਣੀ ਸ਼ੁਰੂ ਹੋ ਜੂਗੀ। ਲੇਕਿਨ ਜੇ ਕੋਈ ਕਹੇ ਕਿ ਮੈਂ ਪਹਿਲੇ ਦਿਨ ਹੀ ਐਡਾ ਲੰਬਾ ਸਾਹ ਭਰ ਲੂੰਗਾ, ਉਹ ਉਹਦੀ ਖੁਸ਼ਫਹਿਮੀ ਆ, ਉਹ ਧੱਕਾ ਜਾਂ ਜ਼ਬਰਦਸਤੀ ਆ, ਜਿਹਦਾ ਕੋਈ ਲਾਭ ਨਹੀਂ ਹੈਗਾ। ਇਹਦੇ ਨਾਲ ਨੁਕਸਾਨ ਜ਼ਿਆਦਾ ਹੋਊਗਾ। ਹਾਂ, ਹੌਲੀ ਹੌਲੀ ਅਸੀਂ ਅਭਿਆਸ ਨਾਲ ਇਹਨੂੰ ਵਧਾਉਣਾ ਹੈਗਾ। ਪਹਿਲਾਂ 4-8 ਤੋਂ ਸ਼ੁਰੂਆਤ ਕਰੋ ਔਰ ਹੌਲੀ ਹੌਲੀ ਇਸ ਨੂੰ ਵਧਾਉਣਾ ਸ਼ੁਰੂ ਕਰੋ। ਦੇਖੋ ਹੁਣ ਮੈਂ ਜੇ ਜ਼ਿਕਰ ਕਰਾਂ, ਪਹਿਲਾ ਪ੍ਰਾਣਾਯਾਮ ਭਸਤ੍ਰਿਕਾ ਸੀ, ਉਹਨੂੰ ਮੰਨ ਲਓ 3 ਮਿੰਟ ਲਗਾਓ ਜੀ। ਦੂਸਰਾ ਪ੍ਰਾਣਾਯਾਮ ਜਿਹੜਾ ਵਾ ਕਪਾਲਭਾਤੀ ਆ, ਉਹਨੂੰ 5 ਮਿੰਟ ਲਗਾਓ ਜੀ। ਪਹਿਲਾਂ 1-1 ਮਿੰਟ ਦੇ 3 ਰਾਉਂਡ ਲਗਾਓ, ਫਿਰ 2-4 ਦਿਨ ਦੇ ਬਾਅਦ 1.5 ਮਿੰਟ ਦੇ 3 ਰਾਉਂਡ ਲਗਾ ਲਓ, ਆਪੇ 4.5-5 ਮਿੰਟ ਦੇ ਨੇੜੇ ਚਲੇ ਗਏ, ਠੀਕ ਹੈ ਨਾ। 2-4 ਦਿਨਾਂ ਦੇ ਬਾਅਦ ਤੁਸੀਂ ਮਤਲਬ ਉੱਥੇ ਪਹੁੰਚ ਗਏ। ਔਰ ਫਿਰ 5 ਮਿੰਟ ਉੱਤੇ ਲਗਾ ਲਓ, 3 ਔਰ 5 8, ਤੇ 7 ਮਿੰਟ ਮੰਨ ਲਓ ਤੁਸੀਂ ਇੱਥੇ ਲਗਾ ਲਓ ਕਪਾਲਭਾਤੀ ਤੇ। ਬਸ ਸਾਹ ਨੂੰ ਛੱਡੋ, ਇਹਨੇ ਕਪਾਲਭਾਤੀ ਨੇ ਅਨੁਲੋਮ ਵਿਲੋਮ, ਸੌਰੀ ਅਨੁਲੋਮ ਵਿਲੋਮ ਚ ਪਹਿਲਾਂ ਸਾਹ ਛੱਡਣਾ ਖੱਬੇ ਪਾਸਿਓਂ ਜੀ, ਔਰ ਫਿਰ ਭਰਨਾ ਜੀ। ਦੁੱਗਣਾ ਛੱਡੋ, ਅੱਧਾ ਭਰੋ। ਭਰਨ ਤੋਂ ਬਾਅਦ ਇਹ ਪਾਸਾ ਬੰਦ ਕਰ ਦਿਓ ਤੇ ਦੂਸਰਾ ਪਾਸਾ ਖੋਲ ਦਿਓ ਜੀ। ਫਿਰ ਉਧਰੋਂ ਦੁੱਗਣਾ ਛੱਡੋ, ਹੌਲੀ ਹੌਲੀ ਛੱਡੋ, ਆਰਾਮ ਨਾਲ ਛੱਡੋ, ਬਿਨਾਂ ਕਿਸੇ ਜ਼ੋਰ ਦੇ, ਬਿਨਾਂ ਕਿਸੇ ਆਵਾਜ਼ ਦੇ, ਔਰ ਹੌਲੀ ਹੌਲੀ ਅੱਧਾ ਭਰੋ, ਨਾਰਮਲੀ ਗਤੀਵਿਧੀ ਦੇ ਵਿੱਚ ਚੱਲਦਾ ਜਾਓ। ਤੇ ਜਦੋਂ ਇਹ ਤੁਸੀਂ ਟ੍ਰੇਨਡ ਹੋ ਜਾਂਦੇ ਆ, ਅੱਖਾਂ ਫਿਰ ਬੰਦ ਕਰਕੇ ਜਦੋਂ ਤੁਸੀਂ ਇਸ ਕਿਰਿਆ ਨੂੰ ਕਰੋਗੇ, ਤੁਸੀਂ ਮਹਿਸੂਸ ਕਰੋਗੇ ਕਿ ਜਦੋਂ ਸਾਹ ਛੱਡ ਰਹੇ ਆ, ਤੁਸੀਂ ਮਹਿਸੂਸ ਕਰੋਗੇ ਕਿ ਮੈਂ ਸਰੀਰ ਦਾ ਪ੍ਰਦੂਸ਼ਣ
ਸਰੀਰ ਦੀ ਦੂਸ਼ਿਤ ਵਾਯੂ ਬਾਹਰ ਸੁੱਟਦਾ ਚਲਾ ਜਾ ਰਿਹਾ, ਸੁੱਟਦੀ ਚਲੀ ਜਾ ਰਹੀ ਹਾਂ, ਠੀਕ ਹੈ। ਔਰ ਫਿਰ ਜਦੋਂ ਤੁਸੀਂ ਸਾਂਸ ਭਰਨਾ ਸ਼ੁਰੂ ਕਰੋਗੇ ਤੁਸੀਂ ਮਹਿਸੂਸ ਕਰੋਗੇ ਕਿ ਮੈਂ ਸ਼ੁੱਧ ਹਵਾ, ਸ਼ੁੱਧ ਆਕਸੀਜਨ ਜਿਹੜੀ ਆ ਉਸ ਦਾ ਸੇਵਨ ਕਰਦਾ ਜਾ ਰਿਹਾ ਹਾਂ, ਕਰਦੀ ਜਾ ਰਹੀ ਹਾਂ। ਔਰ ਉਹ ਜਿੰਨਾ ਅਸੀਂ ਸ਼ੁੱਧ ਆਕਸੀਜਨ ਅੰਦਰ ਵੱਧ ਲਿਜਾਵਾਂਗੇ ਉਹਨਾਂ ਸਾਡਾ ਬਲੱਡ ਵੱਧ ਪਿਉਰੀਫਾਈ ਹੋਊਗਾ, ਔਰ ਜਿੰਨਾ ਬਲੱਡ ਵੱਧ ਪਿਉਰੀਫਾਈ ਹੋਊਗਾ, ਵੱਧ ਲਾਲ ਹੋਊਗਾ, ਉਨਾ ਹੀ ਰੋਗ ਮੁਕਤ ਸਰੀਰ ਸਾਡਾ ਹੋਊਗਾ, ਉਨਾ ਹੀ ਸਾਡੇ ਸਰੀਰ ਦੇ ਅੰਦਰ ਰੋਗ ਨਾਲ ਲੜਨ ਦੀ ਸ਼ਕਤੀ ਵਧੂਗੀ, ਉਹਨਾਂ ਸਾਡਾ ਇਮਿਊਨ ਸਿਸਟਮ ਸਟਰੋਂਗ ਹੋਊਗਾ। ਇਹ ਗੱਲਾਂ ਮੈਂ ਸਿਰਫ ਗੱਲਾਂ ਨਹੀਂ ਕਰਦਾ, ਇਹ ਅਮਲ ਚੋਂ ਨਿਕਲੀਆਂ ਹੋਈਆਂ ਗੱਲਾਂ ਆ, ਅਮਲ 'ਚ ਹੰਡਾਈਆਂ ਹੋਈਆਂ ਗੱਲਾਂ ਆ, ਔਰ ਅਸੀਂ ਇਹ ਰੋਜ਼ ਕਰਦੇ ਵੀ ਹਾਂ ਤੇ ਕਰਾਉਂਦੇ ਵੀ ਹਾਂ। ਔਰ ਇਹੀ ਗੱਲ ਦਾ ਅਸੀਂ ਸੰਦੇਸ਼ ਢੋਲ ਵਜਾ ਕੇ ਦਿੰਦੇ ਹਾਂ, ਜਿੱਥੇ ਸਾਨੂੰ ਕੋਈ ਬੁਲਾਵੇ ਅਸੀਂ ਉੱਥੇ ਜਾਣ ਲਈ ਤਿਆਰ ਹਾਂ, ਪਰ ਕੋਈ ਕਦਰਦਾਨ ਹੋਵੇ ਤਾਂ। ਅਸੀਂ ਐਵੇਂ ਕੋਈ ਅਸੀਂ ਇਹ 'ਚੋਂ ਕੋਈ ਲੈਣਾ ਹੈਗਾ ਕਿ ਅਸੀਂ ਕੋਈ ਮੁੱਲ ਨਹੀਂ ਵੇਚਦੇ, ਠੀਕ ਹੈ ਨਾ, ਅਸੀਂ ਮੁੱਲ ਨਹੀਂ ਵੇਚਦੇ, ਲੇਕਿਨ ਇਸ ਦਾ ਪ੍ਰਚਾਰ ਇਸ ਲਈ ਕਰਦੇ ਹਾਂ ਕਿ ਇਹ ਜਨਤਾ ਲਈ, ਦੁਨੀਆ ਲਈ, ਸੰਸਾਰ ਲਈ, ਸਮਾਜ ਲਈ ਇੱਕ ਲਾਹੇਵੰਦੀ ਸਿਸਟਮ ਆ, ਇੱਕ ਲਾਹੇਵੰਦਾ ਪ੍ਰੋਗਰਾਮ ਆ, ਜਿਸ ਨੂੰ ਹਰੇਕ ਵਿਅਕਤੀ ਅਪਣਾ ਕੇ ਇੱਕ ਤੰਦਰੁਸਤੀ ਦੀ ਜਾਂਚ ਸਿੱਖ ਸਕਦਾ ਹੈਗਾ। ਸੋ ਅਨੁਲੋਮ ਵਿਲੋਮ ਜਿਹੜਾ ਵਾ ਉਸ ਤੇ 7 ਮਿੰਟ ਤੱਕ ਵੀ ਜਾਓ ਤਾਂ ਕੋਈ ਡਰ ਨਹੀਂ ਹੈਗਾ। ਔਰ ਇਹਨੂੰ ਵੀ ਅਨੁਲੋਮ ਵਿਲੋਮ ਨੂੰ ਵੀ ਸ਼ੁਰੂ ਕਰਨ ਤੋਂ ਪਹਿਲਾਂ ਸਾਦੇ ਬੈਠੋ, ਔਰ ਸਾਦੇ ਬੈਠ ਕੇ ਪਹਿਲਾਂ ਬਿਲਕੁਲ ਅੱਖਾਂ ਬੰਦ ਕਰਕੇ ਆਉਂਦੇ ਜਾਂਦੇ ਸਾਹ ਨੂੰ ਸਿਰਫ ਦੇਖਣ ਦਾ ਕੰਮ ਕਰਨਾ, ਮਹਿਸੂਸ ਕਰੋ, ਨਾ ਸਾਂਸ ਭਰੋ ਨਾ ਛੱਡੋ। ਤੇ ਜਿਹੜਾ ਸਾਡਾ ਨਾਰਮਲ ਸਾਂਸ ਹੈਗਾ ਉਹ ਤਕਰੀਬਨ 2 ਸੈਕਿੰਡ ਦਾ ਇਨਹੇਲ ਹੁੰਦਾ ਆ, 2 ਸੈਕਿੰਡ ਦਾ ਐਕਸਹੇਲ ਹੁੰਦਾ, 2 ਸੈਕਿੰਡ ਦਾ ਮਤਲਬ ਪੂਰਕ ਹੁੰਦਾ, 2 ਸੈਕਿੰਡ ਦਾ ਰੇਚਕ ਹੁੰਦਾ। 2 ਸੈਕਿੰਡ ਦਾ ਸਾਂਸ ਅਸੀਂ ਭਰਦੇ ਹਾਂ, 2 ਸੈਕਿੰਡ ਦਾ ਸਾਂਸ ਅਸੀਂ ਛੱਡਦੇ ਹਾਂ। 4 ਸੈਕਿੰਡ ਦਾ ਜੇ ਇੱਕ ਰਾਊਂਡ ਹੋਵੇ, ਇੱਕ ਵਿਸ਼ਵਾਸ ਪ੍ਰਸ਼ਵਾਸ ਹੋਵੇ, ਤੇ 1 ਮਿੰਟ ਦੇ ਜਾਣੀ 15-16 ਸਾਂਸ ਨਾਰਮਲ ਹੀ ਸਾਂਸ ਸਾਡੀ। ਇਹ ਨਾਰਮਲ ਸਾਂਸ ਪਹਿਲਾਂ ਲੈਣੀ। ਕਈ ਵਾਰੀ ਅਸੀਂ ਆਉਂਦੇ ਤੁਰੇ ਆਉਂਦੇ ਲੱਗ ਪੈਂਦੇ ਅਨੁਲੋਮ ਵਿਲੋਮ ਕਰਨ। ਪਹਿਲਾਂ ਸਾਹਾਂ ਨੂੰ ਸ਼ਾਂਤ ਕਰੋ, ਬਿਲਕੁਲ ਆਪਣੇ ਆਪ ਨੂੰ, ਸਰੀਰ ਨੂੰ ਬਿਲਕੁਲ ਨਾਰਮਲ ਸਥਿਤੀ 'ਚ ਲੈ ਕੇ ਆਓ। ਸਾਂਸ ਸਰੀਰ ਨਾਲੋਂ ਵੀ ਸਾਂਸ ਜਿਹੜੇ ਸ਼ਾਂਤ ਕਰਨ ਜੀ। ਜਦੋਂ ਸਾਂਸ ਤੁਹਾਡੇ ਬਿਲਕੁਲ ਸ਼ਾਂਤ ਲੱਗਣ, ਨਾਰਮਲ ਲੱਗਣ, ਫਿਰ ਅਸੀਂ ਥੋੜੇ ਜਿਹੇ ਡੀਪ ਬਰੀਥਿੰਗ ਕਰਨੀ ਹੈ, ਗਹਿਰੇ ਸ਼ਵਾਸ ਪ੍ਰਸ਼ਵਾਸ ਕਰਨੇ ਹੈਗੇ। ਲੰਬੇ ਸ਼ਵਾਸ ਜਿਹੜੇ ਆ, ਜਿੱਦਾਂ ਮੈਂ ਦੱਸਦਾ ਪਿਆ ਸੀਗਾ ਕਿ 1 ਤੋਂ 8 ਤੱਕ ਛੱਡਣਾ ਹੈਗਾ, ਇੱਕ ਪਾਸਾ ਬੰਦ ਕਰਕੇ, ਸੱਜਾ ਪਾਸਾ ਬੰਦ ਕਰਕੇ, ਖੱਬੇ ਪਾਸੇ ਤੋਂ 1 ਤੋਂ 8 ਤੱਕ ਸਾਂਸ ਛੱਡਿਆ, ਔਰ 1 ਤੋਂ 4 ਤੱਕ ਸਾਂਸ ਭਰਿਆ। ਇੱਕ ਨਿਊ ਕਮਰ ਵਾਸਤੇ ਹੈ। ਜਦੋਂ ਭਰ ਲਿਆ ਫਿਰ ਇਹ ਪਾਸਾ ਬੰਦ ਕਰਨਾ ਹੈਗਾ, ਔਰ ਫਿਰ ਦੂਸਰਾ ਪਾਸਾ ਖੋਲਣਾ ਹੈਗਾ, ਔਰ ਦੂਸਰਾ ਪਾਸਾ ਖੋਲਣ ਤੋਂ ਬਾਅਦ ਫਿਰ ਉਧਰੋਂ 1 ਤੋਂ 8 ਤੱਕ ਸਾਂਸ ਛੱਡਿਆ, ਠੀਕ ਹੈ, ਹੌਲੀ ਹੌਲੀ ਛੱਡਣਾ ਹੈਗਾ, ਔਰ ਹੌਲੀ ਹੌਲੀ ਭਰਨਾ ਹੈਗਾ, ਠੀਕ ਹੈ। ਔਰ ਇਸ ਢੰਗ ਨਾਲ ਇਸ ਪ੍ਰੋਸੈਸ ਨੂੰ ਜਾਰੀ ਰੱਖਣਾ ਹੈਗਾ। ਜਦੋਂ ਅਸੀਂ ਅੱਖਾਂ ਬੰਦ ਕਰਕੇ ਇਹ ਪ੍ਰੋਸੈਸ ਨੂੰ ਕਰਾਂਗੇ ਤਾਂ ਸਾਨੂੰ ਸਾਫ਼ ਮਹਿਸੂਸ ਹੋਊਗਾ ਕਿ ਦੂਸ਼ਿਤ ਵਾਯੂ ਅਸੀਂ ਬਾਹਰ ਸੁੱਟੀ ਔਰ ਸ਼ੁੱਧ ਵਾਯੂ ਅਸੀਂ ਅੰਦਰ ਭਰੀ। ਜਦੋਂ ਆਪਾਂ ਇਹ ਚੀਜ਼ ਨੂੰ ਮਹਿਸੂਸ ਕਰਾਂਗੇ, ਆਪਣੇ ਬ੍ਰੇਨ ਨੇ ਉਹ ਐਕਟੀਵਿਟੀ ਖੁਦ ਕਰਨੀ ਹੈ, ਤਸਵੀਰ ਦੇ ਸਾਰੇ ਬ੍ਰੇਨ ਨੇ ਕਿੱਦਾਂ ਐਕਟੀਵਿਟੀ ਕਰਨੀ, ਇਹ ਵੀ ਇੱਕ ਇੰਪੋਰਟੈਂਟ ਗੱਲ ਹੈ ਜੀ। ਕਿ ਜਦੋਂ ਅਸੀਂ ਸਾਡੀ ਖੱਬੀ ਨਾਸ ਜਿਹੜੀ ਆ, ਖੱਬੀ ਨਾਸ ਨਾਲ ਸਾਹ ਲਵਾਂਗੇ, ਖੱਬੀ ਨਾਸ ਐਕਟਿਵ ਹੋ ਜਾਊਗੀ, ਔਰ ਖੱਬੀ ਨਾਸ ਦੇ ਐਕਟਿਵ ਹੋਣ ਨਾਲ ਸਾਡੇ ਦਿਮਾਗ ਦਾ ਸੱਜਾ ਪਾਸਾ ਐਕਟੀਵੇਟ ਕਰਦਾ ਹੈਗਾ, ਔਰ ਸੱਜਾ ਪਾਸਾ ਜਿਹੜਾ ਦਿਮਾਗ ਦਾ ਆ ਉਹ ਸਰੀਰ ਦੇ ਸਾਰੇ ਖੱਬੀ ਸਾਈਡ ਨੂੰ ਕੰਟਰੋਲ ਕਰਦਾ ਹੈਗਾ। ਦਿਮਾਗ ਦਾ ਸੱਜਾ ਪਾਸਾ, ਸਰੀਰ ਦਾ ਖੱਬਾ ਪਾਸਾ, ਸਰੀਰ ਦੇ ਖੱਬੇ ਪਾਸੇ ਨੂੰ ਜੀ। ਜਦੋਂ ਵੀ ਕਿਸੇ ਨੂੰ ਅਧਰੰਗ ਦਾ ਅਟੈਕ ਹੁੰਦਾ, ਇੱਕ ਪਾਸਾ ਮਾਰਿਆ ਜਾਂਦਾ, ਉਹਦਾ ਜਿਹੜਾ ਦਿਮਾਗ ਦਾ ਦੂਜਾ ਪਾਸਾ ਕਮਜ਼ੋਰ ਹੋਊਗਾ, ਔਰ ਸਰੀਰ ਦਾ ਉਲਟ ਪਾਸਾ ਜਿਹੜਾ ਵਾ ਉਹ ਕੰਮ ਕਰਨੋਂ ਰੁਕ ਜਾਊਗਾ। ਕਿੱਦਾਂ ਕੁਦਰਤ ਨੇ ਨਿਯਮ ਕਿਵੇਂ ਦਾ ਬਣਾਇਆ ਹੈ। ਔਰ ਇਦਾਂ ਹੀ ਇਹ ਅਨੁਲੋਮ ਵਿਲੋਮ ਨੇ ਸਾਡੇ ਦਿਮਾਗ ਦੀਆਂ ਦੋਹਾਂ ਸਾਈਡਾਂ ਨੂੰ ਤਾਕਤ ਦੇਣੀ ਜੀ। ਦਿਮਾਗ ਨੂੰ ਤਾਕਤ ਦੇਣੀ ਆ, ਕਿੰਨੀ ਦਿਮਾਗੀ ਸਾਨੂੰ ਤਾਕਤ ਮਿਲ ਜਾਣੀ ਆ। ਅਸੀਂ ਕਿਸੇ ਗੱਲ ਦਾ ਨਿਰਣਾ ਲੈਣ ਦੇ ਸਮਰੱਥ ਹੁੰਦੇ ਚਲੇ ਜਾਵਾਂਗੇ, ਸਾਡੀ ਯਾਦ ਸ਼ਕਤੀ ਮਜ਼ਬੂਤ ਹੁੰਦੀ ਚਲੀ ਜਾਊਗੀ, ਸਾਡਾ ਬੈਲੈਂਸ ਆਫ ਮਾਈਂਡ ਵੱਧਦਾ ਚਲਾ ਜਾਊਗਾ। ਇਹ ਤਾਂ ਬ੍ਰੇਨ ਦੀਆਂ ਗੱਲਾਂ ਆ। ਜੇ ਨੀਂਦ ਨਹੀਂ ਕਿਸੇ ਨੂੰ ਆਉਂਦੀ ਤਾਂ ਉਹ ਸਹੀ ਨੀਂਦ ਆਣੀ ਸ਼ੁਰੂ ਹੋ ਜਾਊਗੀ। ਜੇ ਕਿਸੇ ਨੂੰ ਮਤਲਬ ਜਿਹਦੇ ਸਹੀ ਅੰਦਰ ਹਵਾ ਆ, ਸਰੀਰ ਅੰਦਰੋਂ ਸਹੀ ਹੈ, ਤਾਂ ਉਹਨੂੰ ਸਾਰੀਆਂ ਚੀਜ਼ਾਂ ਬਿਮਾਰੀਆਂ ਤੋਂ ਮੁਕਤ ਹੋ ਜਾਊਗਾ। ਦਿਮਾਗ ਦਾ ਫਾਇਦਾ ਹੋਣੇ ਹੁਣ ਮੈਂ ਦੱਸਦਾ ਪਿਆ ਵੀ ਇੱਕ ਪਾਰਟ ਨੂੰ ਫਾਇਦੇ ਕਿੱਦਾਂ ਹੁੰਦੇ। ਦਿਮਾਗ ਦੇ ਦੋਨੇ ਸਾਈਡਾਂ ਦੀ ਤਾਕਤ ਬੜੀ, ਦਿਮਾਗ ਦੀ ਸੋਚਣ ਸ਼ਕਤੀ ਬੜੀ, ਦਿਮਾਗ ਦਾ ਆਪਣੇ ਤੇ ਕੰਟਰੋਲ ਕਰਨ ਦੀ ਸ਼ਕਤੀ ਬੜੀ, ਦਿਮਾਗ ਦੀ ਜਿਹੜੀ ਆ ਪਰੇਸ਼ਾਨੀ ਦੀ, ਜਿਹੜੀ ਐਂਗਜ਼ਾਇਟੀ ਦੀ, ਚਿੰਤਾ ਦੀ ਜਿਹੜੀ ਸਮੱਸਿਆ ਵਾ ਉਹ ਦੂਰ ਹੋਈ ਜੀ। ਐਂਗਰ, ਸਟ੍ਰੈਸ ਔਰ ਐਂਗਜ਼ਾਇਟੀ, ਇਹ ਜਿਹੜੀ ਚੀਜ਼ਾਂ ਆ ਇਹ ਦੂਰ ਹੋਣੀਆਂ ਸ਼ੁਰੂ ਹੋਈਆਂ ਜੀ, ਠੀਕ ਆ। ਔਰ ਦੂਸਰੇ ਪਾਸੇ ਜਿਹੜਾ ਹੈ ਮਤਲਬ ਬੈਲੈਂਸ ਆਫ ਮਾਈਂਡ ਬਣਿਆ, ਔਰ ਸੰਤੁਲਿਤ ਸੋਚ ਦੇ ਨਾਲ ਅਸੀਂ ਕੋਈ ਔਖੀ ਘੜੀ ਵੇਲੇ ਵੀ ਥੋੜਾ ਜਿਹਾ ਸੰਤੁਲਿਤ ਰਹਿਣ ਦੀ ਜਾਂਚ ਸਿੱਖ ਲਾਂਗੇ। ਬਿਲਕੁਲ ਔਖੀ ਘੜੀ ਵੇਲੇ ਵੀ ਕਿਸੇ ਦੇ ਗੱਲ
ਆ ਦੇਖੋ ਇੱਕ ਛੋਟੀ ਜੀ ਖਬਰ ਸੀਗੀ ਆਈ ਕਿ ਹੜ੍ਹ ਪੀੜਤਾਂ ਲਈ ਇੱਕ ਲੰਗਰ ਲੈਣ ਲਈ ਟਰਾਲੀ ਆਈ ਜੀ, ਤੇ ਉਹ ਟਰਾਲੀ ਜਦੋਂ ਵੰਡਿਆ ਜਾ ਰਿਹਾ ਸੀ ਸਮਾਨ ਤੇ ਦੋ ਧਿਰਾਂ 'ਚ ਇਸ ਗੱਲ 'ਚ ਝਗੜਾ ਹੋ ਗਿਆ। ਦੇਖੋ ਤੁਹਾਡੀ ਦੁੱਖ 'ਚ ਕੋਈ ਲੋਕ ਮਦਦ ਕਰਨ ਲਈ ਆਏ ਆ ਤੇ ਤੁਸੀਂ ਉਹ ਸਹਾਇਤਾ ਨੂੰ ਲੈਣ ਵੇਲੇ ਹੀ ਆਪਸ 'ਚ ਲੜਾਈ ਝਗੜਾ ਹੋ ਗਿਆ ਔਰ ਗੋਲੀ ਚੱਲ ਗਈ ਔਰ ਕੁਝ ਬੰਦੇ ਹਸਪਤਾਲ 'ਚ ਦਾਖਲ ਨੇ, ਠੀਕ ਆ ਨਾ। ਤਾਂ ਮਤਲਬ ਕਹਿੰਦਾ ਉਸ ਵੇਲੇ ਵੀ ਗੁੱਸਾ, ਤਾਂ ਮੈਂ ਕਹਿੰਦਾ ਕਿ ਆ ਗੁੱਸੇ ਤੇ ਕੰਟਰੋਲ ਕਰਨ ਦੀ ਜਿਹੜੀ ਆ ਨਾ ਅਦਭੁਤ ਸ਼ਕਤੀ ਜਿਹੜੀ ਆ ਉਹ ਦਿੰਦਾ ਆ ਅਨੁਲੋਮ ਵਿਲੋਮ। ਜੀ ਜੀ, ਅਦਭੁਤ ਸਹਿਨ ਸ਼ਕਤੀ ਜਿਹੜੀ ਆ, ਧੀਰਜ, ਪੇਸ਼ੈਂਸ ਜਿਹੜਾ ਵਾ ਉਹ ਸਾਨੂੰ ਮਿਲਦਾ ਵਾ ਅਨੁਲੋਮ ਵਿਲੋਮ ਦੇ ਨਾਲ। ਜੀ ਜੀ, ਕੋਈ ਸ਼ੱਕ ਤੁਸੀਂ ਨਹੀਂ। ਕਰਕੇ ਤੇ ਦੇਖੋ, ਜਿਵੇਂ ਜਿਵੇਂ ਤੁਹਾਡੇ ਸਾਹ ਲੰਬੇ, ਗਹਿਰੇ ਔਰ ਮਜ਼ਬੂਤ ਹੁੰਦੇ ਚਲੇ ਜਾਣਗੇ ਤਿਵੇਂ ਤਿਵੇਂ ਤੁਹਾਡਾ ਗੁੱਸਾ ਜਿਹੜਾ ਵਾ ਘਟੂਗਾ। ਗੁੱਸੇ 'ਚ ਗੋਲੀ ਚਲਾਤੀ, ਬੰਦੇ ਜ਼ਖਮੀ ਹੋ ਕੇ ਹਸਪਤਾਲ 'ਚ ਚਲੇ ਗਏ ਜੀ, ਤਾਂ ਹੁਣ ਗੁੱਸੇ 'ਚ ਕੀ ਹੁੰਦਾ, ਸਾਡੇ ਸਾਹ ਹੋਰ ਤੇਜ਼ ਹੋ ਜਾਂਦੇ ਆ। ਬਿਲਕੁਲ, ਉਹ ਜਿਹੜੇ 1 ਮਿੰਟ ਦੇ 15-16 ਸਾਹ ਆ ਉਹ 1 ਮਿੰਟ ਦੇ 25-30 ਸਾਹ 30 ਹੋ ਜਾਂਦੇ, 28-30 ਸਾਹ ਬੰਦਾ ਹੱਫਦਾ ਆ ਔਰ ਬਹੁਤ ਬੜੇ ਜ਼ੋਰ ਦੇ ਨਾਲ ਬੰਦੇ ਤੇ ਗਲ ਪੈਣ ਦੀ ਕੋਸ਼ਿਸ਼ ਕਰਦਾ ਹੈਗਾ। ਕੋਈ ਸ਼ੱਕ ਨਹੀਂ। ਲੇਕਿਨ ਪ੍ਰਾਣਾਯਾਮ ਦੇ ਨਾਲ ਕੀ ਆ, ਜਿਹੜੇ 1 ਮਿੰਟ ਦੇ 15-16 ਸਾਹ ਸੀ ਉਹ 1 ਮਿੰਟ ਦੇ 8 ਰਹਿ ਗਏ ਔਰ 1 ਮਿੰਟ ਦੇ ਉਹ 4 ਰਹਿ ਗਏ, ਉਹ 1 ਮਿੰਟ ਦੇ 2 ਰਹਿ ਗਏ। ਜਿਵੇਂ ਜਿਵੇਂ ਤੁਹਾਡਾ ਅਭਿਆਸ ਵੱਧਦਾ ਚਲਾ ਜਾਊਗਾ ਤਿਵੇਂ ਤਿਵੇਂ ਤੁਹਾਡੇ ਫੇਫੜੇ ਵੱਧ ਤੋਂ ਵੱਧ ਆਕਸੀਜਨ ਨੂੰ ਅਬਜ਼ਰਵ ਕਰਨ ਦੇ ਕਾਬਲ ਹੁੰਦੇ ਜਾਣਗੇ ਔਰ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦੇ ਕਾਬਲ ਹੁੰਦੇ ਚਲੇ ਜਾਣਗੇ। ਔਰ ਜਿਵੇਂ ਮਤਲਬ ਸਾਹਾਂ ਨੇ ਤਾਂ ਸੰਤੁਲਿਤ ਹੋਣਾ ਹੀ ਆ, ਸਾਹਾਂ ਨੇ ਤਾਂ ਮਜ਼ਬੂਤ ਹੋਣਾ ਹੀ ਆ, ਲੇਕਿਨ ਯਾਨੀ ਕਿ ਗੁੱਸੇ ਦਾ ਉਲਟ ਹੈਗਾ ਵਾ ਪੇਸ਼ੈਂਸ। ਤਿਵੇਂ ਤੁਹਾਡੇ ਚ ਪੇਸ਼ੈਂਸ ਵਧਣਾ, ਨਿਮਰਤਾ, ਤਿਵੇਂ ਤੁਹਾਡੇ ਵਿੱਚ ਜ਼ਬਤ, ਧੀਰਜ ਜਿਹੜਾ ਵਾ ਉਹ बढ़ना ਹੈਗਾ। ਜੀ ਜੀ, ਔਰ ਇਹੋ ਜੀ ਮਤਲਬ ਜਦੋਂ ਔਖੀ ਘੜੀ ਇਨਸਾਨ ਤੇ ਆ ਪੈਂਦੀ ਆ ਤਾਂ ਕਈ ਵਾਰੀ ਬੰਦਾ ਉਸ ਵੇਲੇ ਫਿਰ ਮਤਲਬ ਜਾਂ ਰੋਊਗਾ ਜਾਂ ਰੱਬ ਨੂੰ ਵੀ ਕਈ ਗਾਲਾਂ ਕੱਢਣ ਲੱਗ ਪੈਂਦੇ ਆ, ਸਾਡੇ ਵਕਤ ਪਾਤਾ ਜੇ ਦਿਨੇ। ਉਦਾਂ ਕਦੇ ਸੌਖੀ ਘੜੀ 'ਚ ਕਦੇ ਰੱਬ ਨੂੰ ਯਾਦ ਨਹੀਂ ਕੀਤਾ, ਔਖੀ ਘੜੀ 'ਚ ਰੱਬ ਨੂੰ ਬੰਦਾ ਕਈ ਵਾਰੀ ਕੋਸਣ ਲੱਗ ਪੈਂਦਾ ਵੀ ਸਾਡੇ ਕੋਲ ਕਿਹੜੀ ਗਲਤੀ ਹੋ ਗਈ, ਸਾਨੂੰ ਸਜ਼ਾ ਮਿਲ ਰਹੀ ਆ। ਮਤਲਬ ਭਾਈ ਚਾਹੇ ਔਖੀ ਘੜੀ ਹੋਵੇ ਚਾਹੇ ਸੌਖੀ ਘੜੀ ਹੋਵੇ, ਦੋਹਾਂ ਘੜੀਆਂ ਨੂੰ ਬਰਾਬਰ ਰੂਪ 'ਚ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਯੋਗ ਤਾਂ ਸਾਨੂੰ ਇਹ ਕਹਿੰਦਾ ਸਮਤਵਮ ਯੋਗ ਉਚਿਤੇ, ਸਮਤਵਮ ਸਮਭਾਵ ਵਿੱਚ ਰਹਿਣਾ ਉਸ ਨੂੰ ਹੀ ਯੋਗ ਕਿਹਾ ਜਾਂਦਾ। ਇਹ ਗੱਲ ਗੀਤਾ 'ਚ ਕਹੀ ਗਈ ਹੈ। ਜੀ ਜੀ, ਤਾਂ ਇਹੀ ਗੱਲ ਆਪਣੇ ਮਤਲਬ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਤਲਬ ਕਹੀ ਗਈ ਆ। ਮਤਲਬ ਕਹਿਣ ਦਾ ਕਿ ਸੰਤਾਂ ਮਹਾਂਪੁਰਸ਼ਾਂ ਨੇ ਜਾਂ ਸਾਡੇ ਇਤਿਹਾਸਿਕ ਗ੍ਰੰਥਾਂ ਨੇ ਵੀ ਸਾਨੂੰ ਇਹ ਗੱਲਾਂ ਦੱਸੀਆਂ। ਇਹ ਗੱਲਾਂ ਅਮਲੀ ਰੂਪ ਵਿੱਚ ਜਦੋਂ ਅਸੀਂ ਯੋਗ ਨੂੰ ਅਪਣਾਉਂਦੇ ਹਾਂ, ਕਿਰਿਆਵਾਂ ਕਰਦੇ ਹਾਂ, ਤਾਂ ਸਾਨੂੰ ਸਾਡੇ ਵਿਵਹਾਰ 'ਚ ਘਟਨੀਆਂ ਸ਼ੁਰੂ ਹੋਈਆਂ, ਸਾਡੇ ਵਿਵਹਾਰ 'ਚ ਬਦਲਾਅ ਆਉਣਾ ਸ਼ੁਰੂ ਹੋਇਆ, ਬਿਲਕੁਲ ਵਿਵਹਾਰ 'ਚ ਮਜ਼ਬੂਤੀ ਆਉਣੀ ਸ਼ੁਰੂ ਹੋਈ। ਬਿਲਕੁਲ ਜੀ। ਤੇ ਸਰ ਜੀ ਆਪਾਂ ਲੰਬੇਰਾ ਪ੍ਰੋਗਰਾਮ ਲੈ ਗਏ ਪਰ ਗੱਲਾਂ ਬਹੁਤ ਜ਼ਰੂਰੀ ਸੀ ਕਰਨ ਵਾਲੀਆਂ, ਕਿਉਂਕਿ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਮੁਸ਼ਕਲ ਦੇ ਵਿੱਚ। ਫਿਰ ਉਹਦੇ ਲਈ ਜੇ ਨਹੀਂ ਘਬਰਾਉਣਾ ਚਾਹੀਦਾ ਕੀ ਕਰਨਾ ਚਾਹੀਦਾ, ਇਹ ਸਾਰੇ ਆਪਾਂ ਯੋਗ ਅੱਜ ਜਿਹੜੇ ਸਿੱਖ ਲਏ। ਯੋਗ ਦੀਆਂ ਕਿਰਿਆਵਾਂ ਬਿਲਕੁਲ 3 ਮਿੰਟ 5 ਮਿੰਟ 7 ਮਿੰਟ 5 3 8 7 15 ਮਿੰਟ ਲਗਾਓ ਜੀ, ਤਿੰਨੇ ਪ੍ਰਾਣਾਯਾਮ ਕਰ ਲਓ ਭਾਈ, ਤੇ ਦੇਖੋ ਫਿਰ ਇਸ ਦੇ ਚਮਤਕਾਰ। 15 ਤੋਂ ਗਾਂ ਫਿਰ ਜੇ ਤੁਹਾਨੂੰ ਸਮਾਂ ਇਜਾਜ਼ਤ ਦਿੰਦਾ ਆ ਭਾਵੇਂ ਅੱਧੇ ਘੰਟੇ ਤੱਕ ਲੈ ਜਾਓ। ਇਹ ਸਮਾਂ ਤੁਹਾਨੂੰ ਇਜਾਜ਼ਤ ਦਿੰਦਾ ਵਾ ਅੱਧੇ ਘੰਟੇ ਦੀਆਂ ਕੁਝ ਐਕਸਰਸਾਈਜ਼ਾਂ, ਕੁਝ ਆਸਨ ਵੀ ਕੀਤੇ ਸਿੱਖੇ ਜਾ ਸਕਦੇ ਆ। ਕਿਸੇ ਐਕਸਪਰਟ ਦੇਖ ਰੇਖ ਦੇ ਵਿੱਚ ਕੁਝ ਇੰਪੋਰਟੈਂਟ ਆਸਨ ਜਿਹੜੇ ਆ, ਜਿਹੜੇ ਸਰੀਰ ਲਈ ਬਹੁਤ ਅਨੇਕ ਸਾਰੇ ਫਾਇਦੇ ਦਿੰਦੇ ਆ। ਅਜਿਹੇ ਆਸਨ ਜਿਹੜੇ ਆ, ਮੰਨ ਲਓ ਅਸੀਂ ਇੱਕ ਗੋਮੁਖ ਆਸਨ ਕਰਦੇ ਹੁੰਦੇ ਆ, ਜਿੰਨਾ ਸਰੀਰ ਦੇ ਸਾਰੇ ਹੀ ਜੋੜ, ਗਰਦਨ ਤੋਂ ਲੈ ਕੇ ਪੈਰਾਂ ਦੀਆਂ ਉਂਗਲਾਂ ਤੱਕ ਸਾਰੇ ਹੀ ਜੋੜ ਉਹਨਾਂ ਪ੍ਰਭਾਵਿਤ ਹੁੰਦੇ ਆ। ਔਰ ਉਹਨੂੰ ਕਰਨ ਲਈ ਅੱਧਾ ਮਿੰਟ ਜਾਂ 1 ਮਿੰਟ ਚਾਹੀਦਾ। ਇਦਾਂ ਕੁਝ 7 8 10 ਆਸਨ ਤੁਸੀਂ ਸਿੱਖ ਲਓ, ਜਿਨ੍ਹਾਂ ਤੇ 1 ਮਿੰਟ ਲਗਾਓ। 10-15 ਮਿੰਟ ਆਸਨਾਂ ਤੇ ਲਗਾਓ, ਤੁਸੀਂ ਸਰੀਰ ਨੂੰ ਫਿੱਟ ਰਹਿਣ ਦੀ ਜਾਚ ਸਿੱਖ ਸਕਦੇ ਆ। ਲੇਕਿਨ ਆਸਨ ਸਿੱਖਣ ਵਾਸਤੇ ਤੁਹਾਨੂੰ ਕਿਸੇ ਐਕਸਪਰਟ ਦੀ ਦੇਖ ਰੇਖ ਦੇ ਵਿੱਚ ਉਸ ਦੀ ਨਿਗਰਾਨੀ 'ਚ ਪਹਿਲਾਂ ਸਿੱਖਣੇ ਪੈਣਗੇ, ਫਿਰ ਕਰਨੇ ਪੈਣਗੇ। ਲੇਕਿਨ ਆਹ ਸਾਹ ਦੀਆਂ ਕਿਰਿਆਵਾਂ ਬੜੀਆਂ ਸੌਖੀਆਂ ਨੇ, ਇਹਨੂੰ ਬੰਦਾ ਏਦਾਂ ਸੁਣ ਕੇ ਵੀ ਇਹਨੂੰ ਕਰ ਸਕਦਾ ਹੈਗਾ। ਔਰ ਫੇਸਬੁੱਕ ਤੇ ਵੀ ਜਿਹੜੇ ਕੋਈ ਦਰਸ਼ਕ ਦੇਖ ਰਹੇ ਹੋਣਗੇ ਉਹ ਇਸ ਨੂੰ ਅਪਣਾ ਸਕਦੇ ਹੈਗੇ ਆ। ਔਰ ਮਤਲਬ ਅਸੀਂ ਬੜੇ ਪ੍ਰੋਗਰਾਮ ਯੋਗ ਦੇ ਦੇਖ ਸਕਦੇ ਆ, ਲੇਕਿਨ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਉਹਨਾਂ ਦੀ ਵਿਆਖਿਆ ਕਰਦਾ ਹੈ। ਮੈਂ ਬੜੇ ਸੌਖੇ ਪੱਧਰ ਤੇ, ਜਿਹੜੇ ਬੰਦੇ ਨੇ ਕਦੇ ਵੀ ਨਹੀਂ ਕੀਤਾ, ਜਿਹੜੇ ਵਿਚਾਰੇ ਹੱਡ ਦੀ ਮਾਰ ਹੇਠਾਂ ਆ ਗਏ, ਹੁਣ ਬੈਠੇ ਆ, ਔਰ ਉਹ ਕਰਨ ਲਈ ਜਦੋਂ ਕੁਛ ਨਹੀਂ ਗਾ ਤੇ ਫਿਰ ਕਰਨ ਲਈ ਇੱਕ ਸਾਹ ਦੀਆਂ ਕਿਰਿਆਵਾਂ ਤਾਂ ਕੀਤੀਆਂ ਹੀ ਜਾ ਸਕਦੀਆਂ। ਬਿਲਕੁਲ ਜੀ। ਸਰ ਜੀ ਸਮਾਂ ਬਹੁਤ ਹੋ ਗਿਆ, ਸੋ ਮਾਫੀ ਚਾਹਾਂਗੀ ਕਿਉਂਕਿ ਗੱਲਾਂ ਬਹੁਤ ਵਧੀਆ ਨੇ ਤੇ ਹੋਰ ਵੀ ਸੁਣਨ ਨੂੰ ਦਿਲ ਕਰਦਾ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਇਆ ਮੈਂ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੀ ਹਾਂ। ਸੋ ਤੁਸੀਂ ਸਰੋਤਿਓ ਚਾਹਣਾ ਕਿਤੇ ਨਹੀਂ ਜੀ, ਸੁਣਦੇ ਰਹਿਣਾ FM 90.4 ਅਵਤਾਰ ਰੇਡੀਓ ਸੀਚੇਵਾਲ, ਕੁਦਰਤ ਦੀ ਆਵਾਜ਼। ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਆਲੋ ਜੀ ਸੁਣੋ ਤੁਸੀਂ ਲਾਸਟ ਵਿੱਚ ਇੱਕ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ
ਤੇ ਬਹੁਤ ਹੀ ਸਿੱਖਿਆਦਾਇਕ ਗੱਲ।